ਵਾਹਿਗੁਰੂ 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 ਵਾਹਿਗੁਰੂ। ਗੁਰੂ ਜੀ ਦੀ ਸਾਜੀ ਨਵਾਜੀ, ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਮੁਖ ਪਿਆਰਿਓ, ਜੋ ਸਤਿਗੁਰੂ ਗੁਰਬਾਣੀ ਗੁਰੂ ਰਾਹੀਂ ਆਪਾਂ ਨੂੰ ਉਪਦੇਸ਼ ਦੇ ਰਹੇ ਨੇ, ਸਾਨੂੰ ਸਮਝਾਉਂਦੇ ਸਾਡੇ ਮਨ ਨੂੰ, ਸਾਡੇ ਮਨਾਂ ਨੂੰ, ਸਾਰਿਆਂ ਨੂੰ ਸੰਤ ਕਹਿੰਦੇ, ਕਿਉਂਕਿ ਅਸੀਂ ਸਾਰੇ ਅਕਾਲ ਪੁਰਖ ਪਰਮੇਸ਼ਰ ਦੇ ਬੱਚੇ। ਪਰ ਇੱਧਰ ਆ ਕੇ ਮਨ ਸੀ ਜਿਹੜਾ ਇਹ ਅਨਾੜੀ ਹੋ ਗਿਆ, ਇਹ ਸੰਤ ਨਹੀਂ ਰਹੇ, ਇਹ ਅਸੰਤ ਬਣ ਗਿਆ। ਜਦੋਂ ਇਹ ਭਰਮ ਦੇ ਵਿੱਚ ਚਲਾ ਜਾਂਦਾ, ਤ੍ਰੈ ਗੁਣਾਂ 'ਚ ਚਲਾ ਜਾਂਦਾ, ਫਿਰ ਸਾਡੇ ਮਨ ਨੂੰ ਕਹਿੰਦੇ ਵੀ ਤੂੰ ਇਹ ਸਾਰੇ ਭਰਮ ਛੱਡ ਕੇ, ਵਿਚਾਰ ਛੱਡ ਕੇ, ਤੂੰ ਇੱਕ ਨਿਰੰਕਾਰ ਪਰਮਾਤਮਾ ਵਾਹਿਗੁਰੂ ਦੀ ਸ਼ਰਨ ਦੇ ਵਿੱਚ ਪੈ, ਤੂੰ ਉਹਦਾ ਸਿਮਰਨ ਕਰ, ਬਾਕੀ ਜਿਹੜੇ ਭਰਮ ਇਹਨਾਂ ਨੂੰ ਛੱਡ ਦੇ। ਮਾਰੇ ਫਰਮਾਉਂਦੇ ਕਹਿਤ ਕਬੀਰ, ਸੁਨੋ ਰੇ ਪ੍ਰਾਣੀ, ਛੋਡੋ ਮਨ ਕੀ ਭਰਮ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਬਈ ਇੱਕ ਦੀ ਸ਼ਰਨ ਪਾਓ। ਮਨ ਨੂੰ ਕਹਿੰਦੇ ਤੂੰ ਆਪਦਾ ਭਰਮ ਛੱਡ। ਭਰਮ ਕੀ ਹੈ? ਵਿਚਾਰ, ਆਪਣੀ ਮੱਤ ਛੱਡ। ਜੋ ਅਸੀਂ ਆਪਦੀ ਮੱਤ ਦੁਆਰਾ ਇਸ ਸੰਸਾਰ ਦੇ ਵਿੱਚ ਜੋ ਅਸੀਂ ਚਿੰਤਾ ਕਰਦੇ ਹਾਂ, ਫਿਕਰ ਕਰਦੇ ਹਾਂ, ਜੋ ਅਸੀਂ ਦੁਵਿਧਾ ਦੇ ਵਿੱਚ ਜਾਂਦੇ, ਵੈਰ ਵਿਰੋਧ 'ਚ ਜਾਂਦੇ, ਇਹ ਸਾਡੇ ਮਨ ਨੂੰ ਸਾਰੇ ਭਰਮ ਪਏ ਹੋਏ ਨੇ। ਵਿਚਾਰ, ਸਾਡੇ ਮਨ ਨੂੰ ਕਹਿੰਦੇ ਵੀ ਤੂੰ ਇਹ ਵਿਚਾਰ ਛੱਡ ਦੇ ਤੇ ਇੱਕ ਦੀ ਸ਼ਰਨ ਪੈ, ਇੱਕ ਮਾਲਕ ਨੂੰ ਸਿਮਰ। ਹੁਣ ਜੋ ਇੱਕ ਹੈ ਉਹ ਸਾਡਾ ਸਾਰਿਆਂ ਦਾ ਮੂਲ, ਸਾਡਾ ਸਾਰਿਆਂ ਦਾ ਮਾਤਾ ਪਿਤਾ। ਅਸੀਂ ਉਹਨੂੰ ਸਿਮਰਨਾ,
ਉਹਨੂੰ ਅਸੀਂ ਯਾਦ ਕਰਨਾ, ਉਹਦਾ ਅਸੀਂ ਸਿਮਰਨ ਕਰਨਾ। ਹੁਣ ਮਹਾਰਾਜ ਕਹਿੰਦੇ ਵੀ ਸੰਸਾਰ ਦੇ ਵਿੱਚ ਫਿਰ ਜੀਵ ਇੱਕ ਨੂੰ ਨਹੀਂ ਚੇਤੇ ਕਰਦੇ, ਉਹ ਦੂਜੇ ਦੀ ਸੇਵਾ 'ਤੇ ਲੱਗੇ ਹੋਏ ਨੇ। ਦੂਜੇ ਦੀ ਸੇਵਾ ਕਿਵੇਂ ਹੁੰਦੀ, ਦੂਜੇ ਦੀ ਪੂਜਾ ਕਿਵੇਂ ਹੁੰਦੀ? ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਨੂੰ ਰੋਜ਼ ਸਮਝਾਉਂਦੇ ਬਈ ਜਿਵੇਂ ਕੋਈ ਜੀਵ ਬੁੱਤਾਂ ਦੀ ਪੂਜਾ ਕਰਦਾ, ਕੋਈ ਪੱਥਰਾਂ ਦੀ ਪੂਜਾ ਕਰਦਾ, ਕੋਈ ਜੀਵ ਤਸਵੀਰਾਂ ਦੀ ਪੂਜਾ ਕਰਦਾ। ਫੋਟੋ ਹੈ, ਚਾਹੇ ਅਸੀਂ ਕਾਗਜ਼ ਦੀ ਬਣਾ ਲਈਏ ਚਾਹੇ ਪੱਥਰ ਦੀ ਬਣਾ ਲਈਏ, ਹੈ ਤਾਂ ਤਸਵੀਰ ਹੀ ਹੈ। ਕੋਈ ਜੀਵ ਦਰਖਤਾਂ ਦੀ ਪੂਜਾ ਕਰਦਾ, ਕੋਈ ਪਸ਼ੂਆਂ ਦੀ ਪੂਜਾ ਕਰਦਾ, ਕੋਈ ਮਰਿਆਂ ਨੂੰ ਮੰਨਦਾ, ਮ੍ਰਿਤਕ ਉਹਨਾਂ ਨੂੰ ਮੰਨਦਾ। ਸਤਿਗੁਰੂ ਕਹਿੰਦੇ ਵੀ ਇਹ ਸਾਰੇ ਇਹ ਕੂੜ ਦੇ ਨਾਲ ਜੁੜੇ ਹੋਏ ਨੇ, ਇਹ ਕੂੜ ਕਿਰਿਆ ਕਰ ਰਹੇ ਨੇ। ਬਈ ਜੋ ਇੱਕ ਮਾਲਕ ਹੈ ਪਰਮਾਤਮਾ, ਉਹਦਾ ਇਹਨਾਂ ਨੇ ਭੇਦ ਨਹੀਂ ਲਿਆ, ਉਹਦੀ ਪੂਜਾ ਨਹੀਂ ਕਰਦੇ ਇੱਕ ਦੀ, ਵਾਹਿਗੁਰੂ ਦੀ। ਇਹ ਦੂਜੇ ਦੀ ਪੂਜਾ 'ਤੇ ਲੱਗੇ ਅਤੇ ਕੂੜ ਕਿਰਿਆ ਦੇ ਵਿੱਚ ਲੱਗੇ ਹੋਏ ਨੇ। ਸਤਿਗੁਰੂ ਫਰਮਾਉਂਦੇ ਕਉ ਬਤਾਨ ਕੋ ਪੂਜਤ ਹੈ ਪਸ, ਕਉ ਮਿਤਰਾਨ ਕੋ ਪੂਜਨ ਧਾਇਓ, ਕੂਰ ਕਿਰਿਆ ਮੈਂ ਉਰਜਿਓ ਸਭ ਹੀ ਜਗ, ਸ੍ਰੀ ਭਗਵਾਨ ਕੋ ਭੇਦ ਨਾ ਪਾਇਓ। ਬਈ ਜੋ ਮਾਲਕ ਹਰ ਥਾਂ 'ਤੇ ਮੌਜੂਦ, ਜਰੇ ਜਰੇ ਵਿੱਚ, ਸਾਡੇ ਅੰਦਰ ਵੀ ਅਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ, ਵੀ ਉਹਦਾ ਭੇਦ ਨਹੀਂ ਲਿਆ। ਉਹਦਾ ਭੇਦ ਹੁਣ ਸਾਨੂੰ ਸਤਿਗੁਰੂ ਗੁਰਬਾਣੀ ਗੁਰੂ ਵਿੱਚ ਦੇ ਰਹੇ ਵੀ ਤੁਸੀਂ ਇੱਕ ਦੀ ਸ਼ਰਨ ਪਵੋ, ਇੱਕ ਦਾ ਸਿਮਰਨ ਕਰੋ, ਕੇਵਲ ਨਾਮ ਜਪੋ ਰੇ ਪ੍ਰਾਣੀ, ਪਰੋ ਏਕ ਕੀ ਸ਼ਰਨ। ਵੀ ਇੱਕ ਦੀ ਸ਼ਰਨ ਪੈ ਤੂੰ। ਜੇ ਹੁਣ ਅਸੀਂ ਇਸੇ ਤਰ੍ਹਾਂ ਹੀ ਦੂਜੇ ਨੂੰ ਮੰਨਦੇ ਰਵਾਂਗੇ, ਇਹ ਦੂਜੇ ਨੂੰ ਮੰਨਣਾ ਇਸ ਤਰ੍ਹਾਂ ਵੀ ਜਿਵੇਂ ਪੱਥਰ ਦੀ ਬੇੜੀ ਹੋਵੇ, ਪੱਥਰ ਦੀ ਕਿਸ਼ਤੀ ਹੋਵੇ ਅਤੇ ਅਸੀਂ ਉਹਦੇ ਉੱਤੇ ਸਵਾਰ ਹੋ ਜੀ। ਹੁਣ ਉਹ ਪੱਥਰ ਆਪ ਵੀ ਡੁੱਬੇਗਾ ਅਤੇ ਸਾਨੂੰ ਵੀ ਨਾਲ ਲੈ ਕੇ ਡੁੱਬ ਲਏਗਾ, ਅਸੀਂ ਤਰ ਨਹੀਂ ਸਕਦੇ। ਇਸੇ ਤਰ੍ਹਾਂ ਹੀ ਹੁਣ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਬਈ ਜੇ ਅਸੀਂ ਚਾਹੁੰਦੇ ਹਾਂ ਵੀ ਸਾਨੂੰ ਦਰਗਾਹ 'ਚ ਥਾਂ ਮਿਲ ਜੇ, ਅਸੀਂ ਜੀਵਨ ਮੁਕਤ ਹੋ ਜਾਈਏ, ਫਿਰ ਉਹ ਕਹਿੰਦੇ ਵੀ ਇੱਦਾਂ ਆਵੇ ਤਵੇ ਦੀ ਚਾਕਰੀ ਕਰਕੇ ਤੁਸੀਂ ਦਰਗਾਹ 'ਚ ਥਾਂ ਨਹੀਂ ਲੈ ਸਕਦੇ। ਤੁਸੀਂ ਪੱਥਰ ਦੀ ਬੇੜੀ 'ਤੇ ਸਵਾਰ ਹੋਗੇ ਅਤੇ ਤੁਸੀਂ ਤਾਂ ਡੁੱਬੋਗੇ ਡੁੱਬੋਗੇ। ਮਹਾਰਾਜ ਫਰਮਾਉਂਦੇ ਆਵੇ ਤਵੇ ਕੀ ਚਾਕਰੀ, ਕਿਉਂ ਦਰਗਾਹ ਪਾਵੇ, ਪੱਥਰ ਕੀ ਬੇੜੀ ਜੇ ਚੜੇ, ਭਾਰ ਨਾਲ ਵਡਾਵੇ। ਪੱਥਰ ਦੀ ਬੇੜੀ ਤਾਂ ਭਾਰ ਨਾਲ ਹੀ ਡੁੱਬ ਜਾਣ, ਪੱਥਰ ਨੇ ਤਾਂ ਆਪ ਵੀ ਡੁੱਬਣਾ, ਅਤੇ ਜਿਹੜਾ ਉਹਦੇ 'ਤੇ ਸਵਾਰ ਹੋ ਗਿਆ ਉਹਨੂੰ ਵੀ ਡੁੱਬ ਲਏਗਾ ਨਾਲ। ਹੁਣ ਇਸੇ ਤਰ੍ਹਾਂ ਹੀ ਜੇ ਹੁਣ ਜੀਵ ਪੱਥਰ ਦੀ ਪੂਜਾ ਕਰਦਾ, ਹੁਣ ਉਹ ਪੱਥਰ ਸਾਨੂੰ ਡੋਬ ਤਾਂ ਸਕਦੇ, ਤਾਰ ਨਹੀਂ ਸਕਦੇ। ਪੱਥਰ ਨੂੰ ਕੋਈ ਆਪਾਂ ਤੋਂ ਵੱਧ ਥੋੜ੍ਹੀ ਗਿਆਨ ਹੈ। ਹੁਣ ਜੇ ਉਹ ਪੱਥਰ ਦੀ ਮੂਰਤੀ ਸੱਚੀ ਹੋਵੇ, ਜਦੋਂ ਪੱਥਰ ਦੀ ਮੂਰਤ ਨੂੰ ਘੜਿਆ ਜਾਂਦਾ, ਜਿਹੜਾ ਘੜਨਹਾਰਾ ਹੈ ਉਹਦੀ ਛਾਤੀ 'ਤੇ ਪੈਰ ਰੱਖ ਕੇ ਉਹਨੂੰ ਘੜਦਾ, ਉਹ ਮੂਰਤ ਬਣਾਉਂਦਾ। ਜੇ ਮਹਾਰਾਜ ਕਹਿੰਦੇ ਵੀ ਉਹ ਮੂਰਤ ਸੱਚੀ ਹੋਵੇ ਅਤੇ ਜਿਹੜਾ ਉਹਦੀ ਛਾਤੀ 'ਤੇ ਪੈਰ ਰੱਖਦਾ ਅਤੇ ਉਹ ਉਹਨੂੰ ਖਾ ਕਿਉਂ ਨਹੀਂ ਜਾਂਦਾ? ਉਹ ਤਾਂ ਉਹਨੂੰ ਹੀ ਨਿਗਲ ਜੇ ਵੀ ਮੇਰੀ ਛਾਤੀ 'ਤੇ ਪੈਰ ਰੱਖਿਆ ਅਤੇ ਰੱਖਿਆ ਕਿਵੇਂ। ਮਹਾਰਾਜ ਇਸ ਲਈ ਫਰਮਾਉਂਦੇ, ਕਹਿੰਦੇ ਪਖਾਨ ਘੜ ਕੇ ਮੂਰਤ ਕੀਨੀ, ਦੇ ਕੇ ਛਾਤੀ ਪਾਓ, ਜੇ ਉਹ ਮੂਰਤ ਸਾਚੀ ਤਾਂ ਘੜਨਹਾਰੇ ਖਾਓ। ਵੀ ਜਿਹੜਾ ਘੜਨਹਾਰਾ, ਜਿਹੜਾ ਉਹ ਮੂਰਤ ਨੂੰ ਘੜਦਾ ਹੈ, ਉਹਦੀ ਛਾਤੀ 'ਤੇ ਪੈਰ ਰੱਖ ਕੇ ਘੜਦਾ। ਜੇ ਮਹਾਰਾਜ ਕਹਿੰਦੇ ਵੀ ਉਹ ਮੂਰਤ ਸੱਚੀ ਅਤੇ ਉਹ ਘੜਨਹਾਰੇ ਨੇ ਖਾ ਜਾ, ਪਰ ਨਹੀਂ ਖਾਂਦੇ ਕਿਉਂਕਿ ਉਹ ਪੱਥਰ ਹੈ।
ਹੁਣ ਇਸੇ ਤਰ੍ਹਾਂ ਹੀ ਜੇ ਜੀਵ ਪੱਥਰ ਦੀ ਪੂਜਾ ਕਰਦਾ ਹੈ, ਉਹ ਪੱਥਰ ਸਾਨੂੰ ਡੋਬ ਲੇ, ਕਿਉਂਕਿ ਪੱਥਰ ਨੇ ਸਾਨੂੰ ਕੋਈ ਗਿਆਨ ਥੋੜ੍ਹੀ ਦੇਣਾ, ਸਾਨੂੰ ਕੋਈ ਸੋਝੀ ਥੋੜ੍ਹੀ ਦੇਣੀ। ਪੂਜਾ ਉਹਦੀ ਕੀਤੀ ਜਾਂਦੀ, ਮੰਨਿਆ ਉਹਨੂੰ ਜਾਂਦਾ ਹੈ ਜਿਹਨੂੰ ਆਪ ਤੋਂ ਵੱਧ ਗਿਆਨ ਹੋਵੇ, ਜਿਹੜਾ ਸਾਨੂੰ ਉਪਦੇਸ਼ ਦੇ ਸਕੇ। ਜਿਵੇਂ ਹੁਣ ਆਪਾਂ ਸਤਿਗੁਰੂ ਗੁਰਬਾਣੀ ਗੁਰੂ ਨੂੰ ਮੰਨਦੇ, ਇਹਨਾਂ ਨੂੰ ਇਸ ਕਰਕੇ ਆਪਾਂ ਮੰਨਦੇ ਵੀ ਸਾਨੂੰ ਸੋਝੀ ਦਿੰਦੇ ਨੇ, ਸਾਨੂੰ ਉਪਦੇਸ਼ ਦਿੰਦੇ ਨੇ, ਸਾਨੂੰ ਸਾਡੇ ਜੀਵਨ ਦੀ ਜੁਗਤ ਦੱਸਦੇ, ਢੰਗ ਦੱਸਦੇ, ਕਿਵੇਂ ਅਸੀਂ ਮਾਲਕ ਨੂੰ ਮਿਲਣਾ, ਸਾਨੂੰ ਇਹ ਸਾਰਾ ਉਪਦੇਸ਼ ਦੇ ਰਹੇ। ਤਾਂ ਸਤਿਗੁਰੂ ਨੇ, ਤਾਂ ਆਪਾਂ ਸੀਸ ਝੁਕਾਉਂਦੇ ਹਾਂ, ਆਪਾਂ ਮੰਨਦੇ। ਹੁਣ ਜੇ ਇੱਕ ਪੱਥਰ ਹੈ, ਉਹ ਆਪਾਂ ਨੂੰ ਕੀ ਉਪਦੇਸ਼ ਦੇ? ਜਾਂ ਜੀਵ ਜੇ ਕਿਸੇ ਦਰਖਤ ਦੀ ਪੂਜਾ ਕਰਦਾ, ਉਹ ਦਰਖਤ ਆਪਾਂ ਨੂੰ ਕੀ ਉਪਦੇਸ਼ ਦੇ? ਉਹ ਦਰਖਤ ਨੂੰ ਆਪਾਂ ਤੋਂ ਵੱਧ ਥੋੜ੍ਹੀ ਗਿਆਨ। ਜਾਂ ਜੇ ਕੋਈ ਜੀਵ ਮਰਿਆਂ ਦੀ ਪੂਜਾ ਕਰਦਾ, ਉਹ ਮਰੇ ਹੋਏ ਸਾਨੂੰ ਕੀ ਉਪਦੇਸ਼ ਦੇਣਗੇ ਆਖੇ? ਕਿਉਂਕਿ ਜੇ ਤਾਂ ਜਿਹੜੇ ਮਰ ਗਏ, ਜਿਹੜੇ ਚਲੇ ਗਏ, ਸਾਡੇ ਵੱਡੇ ਵਡੇਰੇ, ਜਿਨ੍ਹਾਂ ਨੂੰ ਅਸੀਂ ਕਹਿੰਦੇ, ਜਿਨ੍ਹਾਂ ਨੂੰ ਪਿੱਤਰ ਕਹਿੰਦੇ ਨੇ, ਹੁਣ ਜੇ ਤਾਂ ਉਹਨਾਂ ਨੇ ਭਗਤੀ ਕੀਤੀ ਮਾਨਸ ਜਾਮੇ 'ਚ ਆ ਕੇ, ਜੇ ਤਾਂ ਉਹ ਸਿਮਰਨ ਕਰਦੇ ਸੀ, ਜੇ ਉਹਨਾਂ ਨੇ ਸੰਗ ਕੀਤਾ ਸੰਤ ਸਾਧੂ ਜਨਾਂ ਦਾ, ਉਹਨਾਂ ਨੂੰ ਨਾਮ ਦਾ ਭੇਦ ਸੀ, ਅਤੇ ਜਦੋਂ ਉਹਨਾਂ ਨੇ ਦੇਹ ਛੱਡੀ, ਉਹ ਨਾਮ 'ਚ ਸਮਾਏ ਅਤੇ ਸਿੱਧਾ ਸੱਚ 'ਚ ਲੀਨ ਹੋ ਕੇ ਮਾਲਕ ਦਾ ਰੂਪ ਹੋ ਗਏ, ਉਹਦੇ ਵਿੱਚ ਸਮਾ ਕੇ। ਜੇ ਹੁਣ ਉਹਨਾਂ ਨੇ ਸਿਮਰਨ ਤਾਂ ਕੀਤਾ ਹੀ ਨਹੀਂ, ਸੰਗਤ ਕੀਤੀ ਕੋਈ ਨਹੀਂ, ਕਿਸੇ ਸੰਤ ਸਾਧੂ ਦਾ ਸੰਗ ਕੋਈ ਨਹੀਂ ਹੋਏ, ਗੁਰੂ ਦੀ ਸ਼ਰਨ ਦੇ ਵਿੱਚ ਗਏ ਕੋਈ ਨਹੀਂ, ਨਾਮ ਦਾ ਭੇਦ ਕੋਈ ਨਹੀਂ ਲਿਆ ਅੰਦਰ। ਜਦੋਂ ਉਹਨਾਂ ਨੇ ਦੇਹ ਛੱਡੀ ਅਤੇ ਉਹਨਾਂ ਨੂੰ ਹੋਰ ਆਕਾਰਾਂ ਦੇ ਵਿੱਚ ਭੇਜ ਦਿੱਤਾ। ਜਿੱਧਰ ਨੂੰ ਉਹਨਾਂ ਦਾ ਧਿਆਨ ਹੋਇਆ, ਉਹ ਉੱਧਰ ਨੂੰ ਚਲੇ ਗਏ। ਹੁਣ ਵਿਹਲਾ ਤਾਂ ਕਿਸੇ ਨੂੰ ਛੱਡਦੇ ਹੀ ਨਹੀਂ, ਬਈ ਅਸੀਂ ਉਹਨਾਂ ਦੀ ਪੂਜਾ ਕਰੀਏ ਅਤੇ ਸਾਨੂੰ ਕੋਈ ਆਖੇ ਵੀ ਤੁਹਾਡੇ ਵੱਡੇ ਵਡੇਰੇ ਭੁੱਖੇ ਫਿਰਦੇ ਨੇ, ਉਹ ਨੰਗੇ ਫਿਰਦੇ ਨੇ ਜੀ, ਉਹਨਾਂ ਨੂੰ ਕੱਪੜੇ ਦੇਵੋ, ਉਹਨਾਂ ਨੂੰ ਰੋਟੀ ਖਵਾਓ। ਹੁਣ ਇਹ ਸਿਰਫ ਮਨ ਘੜਤ ਗੱਲਾਂ ਸੰਸਾਰੀ ਜੀਵਾਂ ਨੇ ਬਣਾਈਆਂ ਹੋਈਆਂ, ਇੱਦਾਂ ਦਾ ਕੁਛ ਨਹੀਂ ਹੁੰਦਾ। ਦੋ ਹੀ ਰਸਤੇ ਨੇ, ਲਿਵ ਤੇ ਧਾਤ ਦਾ। ਜ਼ਿਆਦਾ ਲਿਵ ਦੇ ਰਸਤੇ 'ਤੇ ਚੱਲ ਕੇ ਅਸੀਂ ਮਾਲਕ ਨੂੰ ਮਿਲ ਲਈਏ ਅਤੇ ਸਾਡੀ ਜੋਤ 'ਚ ਜੋਤ ਮਿਲ ਜੇ, ਅਤੇ ਸਦਾ ਲਈ ਅਸੀਂ ਅਮਰ ਹੋ ਜਾਈਏ। ਜਾਂ ਫਿਰ ਜੇ ਅਸੀਂ ਭਗਤੀ ਨਹੀਂ ਕਰਦੇ ਅਤੇ ਸਾਨੂੰ ਸਜ਼ਾ ਦੇ ਕੇ ਹੋਰ ਆਕਾਰ ਦੇ ਦਿੰਦੇ, ਹੋਰ ਕੱਪੜਾ ਚੜ੍ਹਾ ਦਿੰਦੇ, ਉੱਥੇ ਗਾਂ ਹੋਰ ਜੂਨ 'ਚ ਚਲੇ ਜਾਂਦੇ। ਅਤੇ ਜਦੋਂ ਇੱਕ ਜੂਨ 'ਚੋਂ ਦੂਸਰੀ ਜੂਨ 'ਚ ਭੇਜ ਦਿੰਦੇ, ਉਹ ਪਿਛੋਕੜ ਭੁੱਲ ਜਾਂਦੇ ਵੀ ਇਸ ਤੋਂ ਪਹਿਲਾਂ ਸਾਡਾ ਜਨਮ ਕਿੱਥੇ ਸੀ, ਕਿੱਥੋਂ ਅਸੀਂ ਆਏ ਹਾਂ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਬਈ ਜੇ ਹੁਣ ਜੀਵ ਮਰਿਆਂ ਦੀ ਪੂਜਾ ਕਰਦਾ, ਮ੍ਰਿਤਕਾਂ ਨੂੰ ਮੰਨਦਾ ਹੈ, ਉਹ ਅਸੀਂ ਅਗਿਆਨਤਾ ਵਸ ਹੋ ਕੇ ਮੰਨਦੇ, ਨਾ ਭੇਦ ਹੋਣ ਕਰਕੇ। ਤਾਈਆਂ ਮਹਾਰਾਜ ਕਹਿੰਦੇ ਵੀ ਕੋਈ ਮਰਿਆਂ ਦੀ ਪੂਜਾ ਕਰਦਾ, ਕੋਈ ਪਸ਼ੂਆਂ ਦੀ ਕਰਦਾ, ਕੋਈ ਦਰਖਤਾਂ ਦੀ ਕਰਦਾ, ਅਤੇ ਕੋਈ ਪੱਥਰਾਂ ਦੀ ਪੂਜਾ ਕਰਦਾ। ਹੁਣ ਇਸ ਤਰ੍ਹਾਂ ਫਿਰ ਸਾਨੂੰ ਕਹਿੰਦੇ ਵੀ ਤੁਸੀਂ ਇੱਕ ਦੀ ਸ਼ਰਨ ਪਵੋ। ਇਸ ਤਰ੍ਹਾਂ ਕਰਨ ਦੇ ਨਾਲ ਤੁਸੀਂ ਜੀਵਨ ਮੁਕਤ ਨਹੀਂ ਹੋ ਸਕਦੇ। ਜਿਵੇਂ ਮਹਾਰਾਜ ਕਹਿੰਦੇ ਵੀ ਦੁਬਦਾ ਦੇ ਵਿੱਚ ਨਾ ਜਾਓ, ਇਹਨੂੰ ਦੁਬਦਾ ਕਹਿੰਦੇ। ਮਹਾਰਾਜ ਕਹਿੰਦੇ ਦੁਬਦਾ ਨਾ ਪੜੋ, ਹਰ ਬਿਨ ਅਵਰ ਨਾ ਸੇਵੋ, ਮੜੀ ਮਸਾਣ ਨਾ ਜਾਈ। ਜਿਵੇਂ ਕੋਈ ਜੀਵ ਮੜੀਆਂ ਦੀ ਪੂਜਾ ਕਰਦਾ, ਕੋਈ ਮਸਾਣਾਂ ਦੀ ਪੂਜਾ ਕਰਦਾ, ਉੱਥੇ ਦੀਵਾ ਜਗਾਉਣ ਜਾਂਦੀ। ਹੁਣ ਜਿਹੜਾ ਜੀਵ ਪਰਮਾਤਮਾ ਦਾ ਸਿਮਰਨ ਛੱਡ ਕੇ ਉਹ ਮੜੀਆਂ ਮਸਾਣੀਆਂ ਨੂੰ ਮੰਨਦਾ ਹੈ, ਮਰਿਆਂ ਨੂੰ ਮੰਨਦਾ, ਇੱਦਾਂ ਬੁੱਤਾਂ ਦੀ ਪੂਜਾ ਕਰਦਾ, ਸਤਿਗੁਰੂ ਫਿਰ ਉਹਦੀ ਹਾਲਤ ਦੱਸਦੇ ਬਈ ਉਹ ਦੁਬਾਰਾ ਵਾਪਸ ਫਿਰ ਜੂਨਾਂ 'ਚ ਹੀ ਜਾਏਗਾ।
ਤਾਈਆਂ ਮਹਾਰਾਜ ਸਾਨੂੰ ਦੱਸਦੇ, ਕਹਿੰਦੇ ਵੀ ਜਿਹੜਾ ਮਾਲਕ ਦਾ ਸਿਮਰਨ ਛੱਡ ਕੇ, ਕਬੀਰ ਹਰ ਕਾ ਸਿਮਰਨ ਛੱਡ ਕੇ ਰਾਤ ਜਗਾਵਣ ਜਾਈ, ਸਰਬਣੀ ਹੋਏ ਕੇ ਉਤਰੇ ਜਾਏ ਆਪਣੇ ਖਾਏ। ਬਈ ਜਿਵੇਂ ਕਈ ਜੀਵ ਇਸਤਰੀਆਂ ਬਈ ਪਰਮਾਤਮਾ ਦਾ ਸਿਮਰਨ ਤਾਂ ਕਰਦੀਆਂ ਨਹੀਂ, ਉੱਦਾਂ ਦੀਵਾ ਲੈ ਕੇ ਜਾਂਦੀਆਂ ਵੀ ਫਲਾਣੀ ਥਾਂ 'ਤੇ ਦੀਵਾ ਜਗਾ ਕੇ ਆਉਣੀ ਜੀ, ਕਿਤੇ ਮੜੀ 'ਤੇ ਦੀਵਾ ਜਗਾਇਆ, ਕਿਤੇ ਕਿਤੇ ਦੀਵਾ ਜਗਾਏ। ਹੁਣ ਮਹਾਰਾਜ ਕਹਿੰਦੇ ਵੀ ਪਰਮਾਤਮਾ ਦਾ ਸਿਮਰਨ ਨਹੀਂ ਕਰਦੀਆਂ, ਸਿਰਫ ਦੀਵਾ ਜਗਾਉਣ ਜਾਂਦੀ। ਇਹ ਉਹਨਾਂ ਦੀ ਕੀ ਹਾਲਤ ਦੱਸਦੇ, ਕਹਿੰਦੇ ਕੀ ਹੋਣਗੀਆਂ ਅਗਲਾ ਜਨਮ, ਕਹਿੰਦੇ ਛਪਣੀ ਬਣੇਗੀ, ਸਪਣੀ ਬਣ ਕੇ ਖਾਏਗੀ ਕਿ ਆਪਦੇ ਜਾਣੇ, ਮਤਲਬ ਸਰਪਣੀ ਆਪਦੇ ਬੱਚਿਆਂ ਨਹੀਂ ਖਾ ਜਾਂਦੀ ਆਪ ਹੀ। ਹੁਣ ਜੇ ਸਾਨੂੰ ਦੀਵੇ ਜਗਾ ਕੇ ਸਪਣੀ ਦੀ ਜੂਨ ਹੀ ਮਿਲਣੀ ਹੈ ਤੇ ਸਾਨੂੰ ਉਹ ਦੀਵਾ ਜਗਾਉਣ ਦਾ ਕੀ ਲਾਹਾ ਪ੍ਰਾਪਤ ਹੋਇਆ, ਕੀ ਲਾਭ ਹੋਇਆ ਸਾਨੂੰ। ਇਸ ਲਈ ਫਿਰ ਆਪਾਂ ਨੂੰ ਸਮਝਾਉਂਦੇ ਵੀ ਤੁਸੀਂ ਇੱਕ ਦੀ ਸ਼ਰਨ ਪਵੋ, ਇੱਕ ਦਾ ਸਿਮਰਨ ਕਰੋ, ਇਹ ਅਵੇ ਤਵੇ ਦੀ ਚਾਕਰੀ ਛੱਡੋ, ਇਹਨਾਂ ਵਹਿਮਾਂ ਭਰਮਾਂ ਨੂੰ ਛੱਡੋ। ਤਾਂ ਇਹਨੂੰ ਕਹਿੰਦੇ ਵੀ ਇਹ ਮਨ ਦੇ ਭਰਮ ਨੇ। ਜਦੋਂ ਮਨ ਸਾਡਾ ਕਮਜ਼ੋਰ ਹੋ ਜਾਂਦਾ, ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਸਤਸੰਗਤ ਨਹੀਂ ਕਰਦੇ, ਮਨ ਨੂੰ ਆਪਦੀ ਖੁਰਾਕ ਨਹੀਂ ਮਿਲਦੀ ਅਤੇ ਮਨ ਇੰਨਾ ਜ਼ਿਆਦਾ ਕਮਜ਼ੋਰ ਹੋ ਜਾਂਦਾ, ਫਿਰ ਇਹ ਛੋਟੀ ਛੋਟੀ ਗੱਲ 'ਤੇ ਵਹਿਮ ਕਰਦਾ, ਫਿਰ ਇਹ ਨਿੱਕੀ ਨਿੱਕੀ ਗੱਲ 'ਤੇ ਭਰਮ ਕਰਦਾ। ਜਿਵੇਂ ਕਈ ਜੀਵ ਕਹਿਣਗੇ ਜੇ ਤਾਂ ਅਸੀਂ ਦੀਵਾ ਨਹੀਂ ਜਗਾਵਾਂਗੇ ਸਾਡਾ ਤਾਂ ਨੁਕਸਾਨ ਹੋ ਜਾਏਗਾ ਜੀ, ਸਾਡੇ ਤਾਂ ਘਰ 'ਚ ਬਿਮਾਰੀ ਆ ਜਾਏਗੀ, ਸਾਡਾ ਤਾਂ ਪਤਾ ਨਹੀਂ ਕੀ ਹੋ ਜਾਣਾ। ਮਤਲਬ ਕਿ ਉਹ ਮਨ ਇੰਨਾ ਕਮਜ਼ੋਰ ਹੋਇਆ ਵੀ ਅਸੀਂ ਨਿੱਕੀ ਨਿੱਕੀ ਗੱਲ 'ਤੇ ਭਰਮ ਕਰਦੇ। ਉਹ ਨੁਕਸਾਨ ਤਾਂ ਹੋਏਗਾ ਜੇ ਕੋਈ ਉੱਥੇ ਹੋਏਗਾ, ਜਦੋਂ ਹੈ ਹੀ ਕੋਈ ਨਹੀਂ ਤਾਂ ਨੁਕਸਾਨ ਕਰਨਾ ਕਿਹਨੇ। ਬਈ ਜੇ ਤਾਂ ਜਿਹਨੂੰ ਅਸੀਂ ਮੰਨਦੇ ਹਾਂ ਵੀ ਇਹ ਸਾਡੇ ਵੱਡੇ ਵਡੇਰੇ ਨੇ ਜੀ, ਜੇ ਤਾਂ ਉਹਨਾਂ ਨੇ ਭਗਤੀ ਕੀਤੀ ਸੀ ਤੇ ਉਹ ਮਾਲਕ ਨੂੰ ਮਿਲ ਗਏ, ਤੇ ਨਹੀਂ ਅੱਗੇ ਜੂਨਾਂ 'ਚ ਚਲੇ ਗਏ, ਉੱਥੇ ਕੌਣ ਬੈਠਾ ਕੋਈ ਹੋਰ। ਨਾ ਹੀ ਐਸੀ ਕੋਈ ਥਾਂ ਵੀ ਜਿੱਥੇ ਜੀਵ ਨੂੰ ਬਿਠਾਉਂਦੇ ਵੀ ਜੇ ਤਾਂ ਤੈਨੂੰ ਤੇਰੇ ਪਰਿਵਾਰ ਦੇ ਮੰਨਣਗੇ ਫਿਰ ਤੂੰ ਉਹਨਾਂ ਦਾ ਫਾਇਦਾ ਕਰੀ, ਜੇ ਨਹੀਂ ਮੰਨਣਗੇ ਤੂੰ ਉਹਨਾਂ ਦਾ ਨੁਕਸਾਨ ਕਰੀ। ਇੱਦਾਂ ਦਾ ਕੋਈ ਥਾਂ ਨਹੀਂ ਹੈ ਵੀ ਜਿੱਥੇ ਜੀਵ ਨੂੰ ਇੱਦਾਂ ਬਿਠਾ ਦੇਣ। ਜਾਂ ਤਾਂ ਮਾਲਕ ਨੂੰ ਮਿਲ ਲਓ ਅਤੇ ਜਾ ਕੇ ਆਕਾਰਾਂ 'ਚ ਚਲੇ ਜਾਓ। ਵਿਹਲਾ ਕਿਸੇ ਨੂੰ ਨਹੀਂ ਛੱਡਦੇ ਵੀ ਉਹ ਦੂਸਰਿਆਂ ਨੂੰ ਦੁਖੀ ਕੀਤੀ ਜਾਵੇ, ਦੂਸਰਿਆਂ ਦਾ ਨੁਕਸਾਨ ਕੀਤੀ ਜਾਵੇ। ਇਹ ਤਾਂ ਸਿਰਫ ਸਾਡੇ ਮਨ ਦੇ ਭਰਮ ਨੇ। ਸਾਡਾ ਮਨ ਹੀ ਐਸਾ ਭਰਮ ਅੰਦਰ ਪਾਲ ਲੈਂਦਾ ਹੈ ਵੀ ਜਦੋਂ ਅਸੀਂ ਕਹਿੰਦੇ ਸਾਡਾ ਨੁਕਸਾਨ ਨਾ ਹੋ ਜੇ, ਉਹ ਹੋ ਜਾਂਦਾ। ਕਿਉਂਕਿ ਜਦੋਂ ਸਾਨੂੰ ਭਰਮ ਹੀ ਪੈ ਗਿਆ ਵੀ ਹੋ ਜਾਣਾ ਤੇ ਉਹ ਹੋ ਹੀ ਜਾਣਾ। ਸੋ ਤਾਂ ਫਿਰ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਵੀ ਇਹ ਕਮਜ਼ੋਰ ਚਿੱਤ ਦੇ ਲੱਛਣ ਨੇ, ਕਮਜ਼ੋਰ ਮਨ ਦੇ ਲੱਛਣ ਨੇ। ਜੋ ਸਾਨੂੰ ਨਿੱਕੀ ਜਿਹੀ ਕੋਈ ਗੱਲ ਕਹਿੰਦਾ ਅਸੀਂ ਉਹਨਾਂ ਦੇ ਆਖੇ ਲੱਗ ਕੇ ਉਵੇਂ ਕਰਨਾ ਸ਼ੁਰੂ ਕਰ ਦਿੰਦੇ। ਅਤੇ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਜੋ ਸਾਨੂੰ ਗੁਰਬਾਣੀ ਗੁਰੂ ਕਹਿ ਰਹੇ ਤੁਸੀਂ ਉਹਨਾਂ ਦੀ ਕਿਉਂ ਨਹੀਂ ਮੰਨਦੇ। ਵੀ ਅਸੀਂ ਗੁਰੂ ਸਾਹਿਬਾਨਾਂ ਦੀ ਮੰਨੀਏ ਕਿ ਜਾਂ ਅਸੀਂ ਸੰਸਾਰੀ ਉਹਨਾਂ ਜੀਵਾਂ ਦੀ ਮੰਨੀਏ ਜਿਹੜੇ ਆਪ ਦੁਬਿਧਾ 'ਚ ਪਏ ਹੋਏ ਨੇ, ਜਿਹੜੇ ਆਪ ਦੂਜੇ ਦੀ ਪੂਜਾ 'ਤੇ ਲੱਗੇ ਹੋਏ ਨੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਤੁਸੀਂ ਇਹ ਭਰਮਾਂ ਨੂੰ ਛੱਡੋ, ਮੰਨਦਿਆਂ ਨੂੰ ਤੁਸੀਂ ਇੱਕ ਦੀ ਸ਼ਰਨ ਪਵੋ ਅਤੇ ਇੱਕ ਦਾ ਸਿਮਰਨ ਕਰੋ ਪਰਮਾਤਮਾ 'ਚ, ਜਿਹੜਾ ਹਰ ਥਾਂ 'ਤੇ ਮੌਜੂਦ ਹੈ। ਐਸੀ ਕੋਈ ਥਾਂ ਨਹੀਂ ਜਿੱਥੇ ਉਹ ਨਾ ਹੋਵੇ। ਆਈਆਂ ਮਹਾਰਾਜ ਕਹਿੰਦੇ ਇੱਕੋ ਸਿਮਰੋ ਨਾਨਕਾ ਜੋ ਜਲ ਥਲ ਰਿਹਾ ਸਮਾਏ, ਵੀ ਜਿਹੜਾ ਹਰ ਥਾਂ ਜਲ ਦੇ ਵਿੱਚ, ਥਲ ਦੇ ਵਿੱਚ, ਹਰ ਇੱਕ ਥਾਂ 'ਤੇ ਮੌਜੂਦ ਹੈ। ਦੂਜਾ ਕਾਹੇ ਸਿਮਰੀਏ ਜੋ ਜੰਮੇ ਤੇ ਮਰ ਜਾਏ। ਬਈ ਦੂਜੇ ਨੂੰ ਕਾਹਦਾ ਸਿਮਰਨਾ ਜਿਹੜਾ ਆਪ ਹੀ ਜੰਮਦਾ ਮਰਦਾ। ਉਹਨੂੰ ਸਿਮਰੋ ਬਈ ਜਿਹਨੂੰ ਸਿਮਰਨ ਦੇ ਨਾਲ ਅਸੀਂ ਜੀਵਨ ਮੁਕਤ ਹੋ ਜਾਈਏ, ਸਾਡਾ ਪਾਰ ਉਤਾਰਾ ਹੋ ਜਾਏ। ਹੁਣ ਜੇ ਅਸੀਂ ਦੂਜੇ ਨੂੰ ਮੰਨਾਂਗੇ ਉਹ ਤਾਂ ਸਾਨੂੰ ਮੁਕਤ ਕਰ ਹੀ ਨਹੀਂ ਸਕਦਾ।
ਤੇ ਇਸ ਵਾਸਤੇ ਫਿਰ ਆਪਾਂ ਨੂੰ ਗੁਰੂ ਸਾਹਿਬਾਨਾਂ ਨੇ, ਭਗਤਾਂ ਨੇ ਇੱਕ ਦੇ ਨਾਲ ਜੋੜਿਆ ਤੇ ਆਖਿਆ ਵੀ ਤੁਸੀਂ ਇੱਕ ਦੀ ਸੇਵਾ ਕਰੋ, ਇੱਕ ਦੇ ਨਾਲ ਜੁੜੋ, ਜੋ ਸਾਡਾ ਸਾਰਿਆਂ ਦਾ ਮੂਲ ਹੈ, ਜਿਹਦੇ ਅਸੀਂ ਸਾਰੇ ਬੱਚੇ ਹਾਂ। ਏਕ ਪਿਤਾ ਏਕ ਸਕੀ ਹਮ ਬਾਰਕ। ਹੁਣ ਜੋ ਆਪਣਾ ਮਾਤਾ ਪਿਤਾ ਹੈ ਉਹਨੂੰ ਅਸੀਂ ਸਿੱਧਾ ਨਹੀਂ ਜਾਣ ਸਕਦੇ, ਕਿਉਂਕਿ ਉਹ ਅਦਿੱਖ ਹੈ, ਸੂਖਮ ਹੈ। ਸਾਡੀਆਂ ਇਹਨਾਂ ਗਿਆਨ ਇੰਦਰੀਆਂ, ਕਰਮ ਇੰਦਰੀਆਂ ਦੀ ਪਹੁੰਚ ਤੋਂ ਉੱਪਰ ਹੈ। ਹੁਣ ਉਹਦਾ ਫਿਰ ਸਾਨੂੰ ਭੇਤ ਕੌਣ ਦੇਵੇ? ਅਸੀਂ ਉਹਨੂੰ ਕਿਵੇਂ ਮਿਲ ਸਕਦੇ? ਕੌਣ ਸਾਨੂੰ ਦੱਸੇ? ਫਿਰ ਉਹਦੇ ਬਾਰੇ ਸਾਨੂੰ ਉਹ ਗੁਰਮੁਖ ਦੱਸਦੇ ਜਿਨ੍ਹਾਂ ਨੂੰ ਮਾਲਕ ਨੇ ਆਪਣਾ ਆਪ ਜਣਾਇਆ, ਆਪਣਾ ਆਪ ਬੁਝਾਇਆ ਹੁੰਦਾ। ਹੁਣ ਬੁਝਾਉਂਦੇ ਕਿਹਨਾਂ ਨੂੰ, ਜਣਾਉਂਦੇ ਕਿਹਨਾਂ ਨੂੰ? ਜਿਨ੍ਹਾਂ ਦੇ ਪੂਰੇ ਪ੍ਰਸੰਨ ਹੋ ਜਾਂਦੇ ਉਹਨਾਂ ਨੂੰ ਆਪਣਾ ਆਪ ਜਣਾ ਦਿੰਦੇ, ਆਪਣਾ ਆਪ ਬੁਝਾ ਦਿੰਦੇ। ਫਿਰ ਉਹ ਗੁਰਮੁਖ ਆਪਾਂ ਨੂੰ ਦੱਸਦੇ ਵੀ ਇੱਧਰ ਜੋ ਅਸੀਂ ਸੰਸਾਰ 'ਚ ਦੇਖਦੇ ਹਾਂ ਇਹ ਮਾਇਆ ਦੇ ਰੰਗ ਨੇ, ਤਿੰਨਾਂ ਗੁਣਾਂ ਦੇ ਵਿੱਚ ਇਹ ਰੰਗ ਨੇ। ਤੇ ਜੋ ਮਾਲਕ ਪਰਮੇਸ਼ਰ ਉਹ ਇਹਨਾਂ ਰੰਗਾਂ ਤੋਂ ਵੱਖਰਾ ਹੈ। ਮਾਰੇ ਫਰਮਾਉਂਦੇ ਰੂਪ ਨਾ ਰੇਖ ਨਾ ਰੰਗ ਕਿਛ, ਰਹਿ ਗੁਣ ਤੇ ਪ੍ਰਭ ਭੈਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ। ਬਈ ਜਿਨ੍ਹਾਂ ਦੇ ਪੂਰੇ ਪ੍ਰਸੰਨ ਹੋਏ ਨੇ ਉਹਨਾਂ ਨੂੰ ਬੁਝਾਇਆ, ਉਹਨਾਂ ਨੂੰ ਜਣਾਇਆ। ਹੁਣ ਉਹਨਾਂ ਨੂੰ ਗੁਰਬਾਣੀ ਗੁਰੂ ਵਿੱਚ ਫਿਰ ਸੰਤ, ਸਾਧੂ, ਭਗਤ, ਗੁਰਮੁਖ, ਗੁਰਸਿੱਖ ਇਹਨਾਂ ਨਾਮਾਂ ਦੇ ਨਾਲ ਨਵਾਜਿਆ ਗਿਆ। ਹੁਣ ਜਿਨ੍ਹਾਂ ਨੂੰ ਜਣਾਇਆ ਫਿਰ ਉਹ ਆਪਾਂ ਨੂੰ ਦੱਸਦੇ ਵੀ ਮਾਲਕ ਦਾ ਕੋਈ ਰੂਪ ਰੰਗ, ਕੋਈ ਰੇਖ ਭੇਖ, ਕੋਈ ਜਾਤ ਪਾਤ ਨਹੀਂ ਹੈ। ਉਹ ਨਿਰੋਲ ਪ੍ਰਕਾਸ਼। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰੋਜ਼ ਹੀ ਆਪਾਂ ਨੂੰ ਮਾਲਕ ਬਾਰੇ ਸਮਝਾਉਂਦੇ ਹੋਏ ਦੱਸਦੇ, ਚੱਕਰ ਚਿਹਨ ਔਰ ਵਾਰਨ ਜਾਤ ਔਰ ਪਾਤ ਨਹੀਂ ਜੀ, ਰੂਪ ਰੰਗ ਰੇਖ ਭੇਖ ਕੋ ਕਹਿ ਨਾ ਸਕਤ ਕੇ, ਅਚਲ ਮੂਰਤ ਅਨੁਭਵ ਪ੍ਰਕਾਸ਼ ਅਮਤੋਜ ਕਹੀਚੇ। ਬਈ ਜੋ ਮਾਲਕ ਹੈ ਉਹਦਾ ਕੋਈ ਚੇਨ ਚੱਕਰ, ਉਹਦੀ ਕੋਈ ਵਾਰਨ ਜਾਤ ਨਹੀਂ ਹੈ, ਉਹ ਪ੍ਰਕਾਸ਼। ਹੁਣ ਉਹ ਪ੍ਰਕਾਸ਼ ਕਿੱਥੇ ਰਹਿੰਦਾ ਹੈ? ਮਹਾਰਾਜ ਕਹਿੰਦੇ ਐਸੀ ਕੋਈ ਥਾਂ ਨਹੀਂ ਜਿੱਥੇ ਉਹ ਪ੍ਰਕਾਸ਼ ਨਾ ਹੋਵੇ। ਜਰੇ ਜਰੇ ਵਿੱਚ ਉਹਦਾ ਹੀ ਪ੍ਰਕਾਸ਼, ਸਾਰਿਆਂ ਦੇ ਵਿੱਚ ਉਹਦੀ ਜੋਤ ਹੈ ਤੇ 12ਵੀਂ ਚਾਰ ਚੁਫੇਰੇ ਉਹੀਓ ਮੌਜੂਦ ਹੈ। ਸਿਰਫ ਸਾਡੇ ਉੱਤੇ ਇਹ ਭਰਮ ਦਾ ਪੜਦਾ ਪਿਆ ਹੋਇਆ, ਸਾਡੇ ਇਹਨਾਂ ਨੇਤਰਾਂ 'ਤੇ ਵਿਚਾਰਾਂ ਦਾ ਫੁਰਨਿਆਂ। ਮਨ ਭਰਮ ਦੇ ਵਿੱਚ ਸੁੱਤਾ ਪਿਆ ਤੇ ਭਰਮ ਹੀ ਪੜਦਾ। ਆਈਓ ਮਨ ਨੂੰ ਕਹਿੰਦੇ ਨਾ ਵੀ ਮਨ ਦੇ ਭਰਮ ਜਿਹੜੇ ਇਹਨੂੰ ਛੱਡ, ਦੇ ਵਿਚਾਰ ਛੱਡ ਦੇ। ਜੇ ਤੂੰ ਵਿਚਾਰ ਛੱਡ ਦੇਂਗਾ ਤੇ ਮਾਲਕ ਤੇਰੇ ਸਾਹਮਣੇ, ਅੰਦਰ ਵੀ ਹੈ ਤੇ ਬਾਹਰ ਵੀ। ਹੁਣ ਇਹ ਭਰਮ ਨੂੰ ਹੀ ਕਾਲ ਦਾ ਜਾਲ ਕਹਿੰਦੇ, ਭਰਮ ਦਾ ਪੜਦਾ ਕੂੜ ਦੀ ਪਾਲ ਕਹਿੰਦੇ। ਕੂੜ ਦੀ ਪਾਲ ਹੁੰਦੀ ਵੀ ਦੀਵਾਰ। ਹੁਣ ਇਸੇ ਪਰਥਾਈ ਰੋਜ਼ ਸਮਝਾਉਂਦੇ ਗੁਰੂ ਨਾਨਕ ਪਾਤਸ਼ਾਹ, ਕਿਵ ਸਚਿਆਰਾ ਹੋਈਏ ਕਿਵ ਕੂੜੇ ਟੁੱਟੇ ਪਾਲ। ਬਈ ਜਦ ਤੱਕ ਇਹ ਕੂੜ ਦੀ ਪਾਲ ਨਹੀਂ ਟੁੱਟਦੀ ਅਸੀਂ ਸਚਿਆਰ ਨਹੀਂ ਹੋ ਸਕਦੇ, ਅਸੀਂ ਸਚਿਆਰ ਸਿੱਖ ਨਹੀਂ ਬਣ ਸਕਦੇ ਜਦ ਤੱਕ ਇਹ ਕੂੜ ਦੀ ਪਾਲ ਹੈ। ਜਿਨ੍ਹਾਂ ਨੇ ਕੂੜ ਦੀ ਪਾਲ ਨੂੰ ਤੋੜ ਲਿਆ ਉਹ ਸਤਿਗੁਰਾਂ ਦੇ ਸਨਮੁਖ ਹੋ ਗਏ। ਅਤੇ ਮਹਾਰਾਜ ਇਸ ਲਈ ਕਹਿੰਦੇ ਸਚਿਆਰ ਸਿੱਖ ਬੈਠਣ ਸਤਿਗੁਰ ਪਾਸ। ਵੀ ਜਿਨ੍ਹਾਂ ਨੇ ਇਹ ਕੂੜ ਦੀ ਪਾਲ ਨੂੰ ਤੋੜ ਲਏ
ਉਹ ਸਿੱਖ ਸਚਿਆਰ ਹੋ ਗਏ ਅਤੇ ਉਹ ਸਤਿਗੁਰਾਂ ਦੇ ਸਨਮੁਖ ਹੋ ਗਏ। ਉਹ ਪਰਮਾਤਮਾ ਦੇ ਸਨਮੁਖ ਹੋ ਗਏ, ਉਹ ਪਰਮਾਤਮਾ ਦੇ ਸਨਮੁਖ ਹੋ ਕੇ ਬਹਿੰਦੇ। ਸੋ ਇਸ ਵਾਸਤੇ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਂਦੇ ਵੀ ਜੋ ਮਾਲਕ ਹੈ ਪਰਮੇਸ਼ਰ, ਉਹ ਸਾਤੋਂ ਕੋਈ ਦੂਰ ਨਹੀਂ ਹੈ। ਉਹ ਹਰ ਸਮੇਂ ਸਾਡੇ ਅੰਗ ਸੰਗ ਹੈ। ਪਰ ਵਿੱਚ ਇਹ ਭਰਮ ਹੈ, ਵਿਚਾਰ ਫੁਰਨੀ ਹਉਮੈ ਦਾ ਵਿੱਚ ਪੜਦਾ ਪਿਆ ਹੋਇਆ। ਇਸੇ ਕਰਕੇ ਅਸੀਂ ਸਮਝਦੇ ਵੀ ਰੱਬ ਦੂਰ ਹੈ, ਪਰਮਾਤਮਾ ਪਤਾ ਨਹੀਂ ਕਿੱਥੇ ਵਸਦਾ। ਉਹ ਸਾਨੂੰ ਦੇਖਦਾ ਵੀ ਹੈ ਕਿ ਜਾਂ ਨਹੀਂ ਦੇਖਦਾ, ਜਾਂ ਸਾਡੀ ਉਹ ਗੱਲ ਸੁਣਦਾ ਵੀ ਹੈ ਕਿ ਨਹੀਂ ਸੁਣਦਾ। ਜਿਵੇਂ ਆਮ ਜੀਵ ਕਹਿੰਦੇ ਆ ਨਾ, ਹੁਣ ਤਾਂ ਵੀ ਰੱਬ ਵੀ ਦੂਰ ਚੱਲਾ ਗਿਆ। ਬਈ ਪਹਿਲਾਂ ਪੁਰਾਣੇ ਸਮਿਆਂ 'ਚ ਰੱਬ ਨੇੜੇ ਹੁੰਦਾ ਸੀ, ਸੁਣ ਲੈਂਦਾ ਸੀ। ਹੁਣ ਤਾਂ ਰੱਬ ਵੀ ਨਹੀਂ ਸੁਣਦਾ। ਕੋਈ ਰੱਬ ਸਾਤੋਂ ਦੂਰ ਨਹੀਂ ਗਿਆ, ਅਸੀਂ ਉਹ ਤੋਂ ਦੂਰ ਚਲੇ ਗਏ। ਅਸੀਂ ਇਹਨਾਂ ਵਿਚਾਰਾਂ ਦੇ ਵਿੱਚ ਭਰਮ 'ਚ ਚਲੇ ਗਏ ਬਈ ਅਸੀਂ ਸਮਝਦੇ ਹਾਂ ਵੀ ਰੱਬ ਦੂਰ ਹੈ, ਪਰਮਾਤਮਾ ਪਤਾ ਨਹੀਂ ਕਿੱਥੇ ਕੁ ਵੱਸਦਾ, ਵੀ ਸਾਨੂੰ ਦੇਖਦਾ ਜਾਂ ਸਾਡੀ ਸੁਣਦਾ ਵੀ ਹੈ ਕਿ ਜਾਂ ਨਹੀਂ ਸੁਣਦਾ। ਹਰ ਸਮੇਂ ਪਰਮਾਤਮਾ ਸਾਨੂੰ ਦੇਖ ਰਿਹਾ ਅਤੇ ਹਰ ਸਮੇਂ ਉਹ ਸਾਡੀ ਸੁਣ ਵੀ ਰਿਹਾ। ਇਹ ਨਹੀਂ ਅਸੀਂ ਇਹ ਸਮਝਦੇ ਹਾਂ ਭਰਮ ਦੇ ਵਿੱਚ ਬਈ ਜਦੋਂ ਤਾਂ ਅਸੀਂ ਅਰਦਾਸ ਕਰਦੇ ਹਾਂ, ਜਦੋਂ ਤਾਂ ਸਾਡੀ ਕੋਈ ਮਜਬੂਰੀ ਹੁੰਦੀ, ਅਸੀਂ ਉਦੋਂ ਅਰਦਾਸਾਂ ਕਰਦੇ ਵੀ ਰੱਬਾ ਸਾਡੀ ਸੁਣ। ਉਦੋਂ ਅਸੀਂ ਸਮਝਦੇ ਵੀ ਸ਼ਾਇਦ ਉਹ ਸੁਣਦਾ ਨਹੀਂ ਸਾਡੀ। ਉਹ ਤਾਂ ਉਦੋਂ ਵੀ ਸੁਣ ਰਿਹਾ ਹੁੰਦਾ, ਅਤੇ ਜਦੋਂ ਅਸੀਂ ਕਿਸੇ ਨਾਲ ਦੁਵਿਧਾ ਕਰਦੇ ਹਾਂ, ਕਿਸੇ ਦੀ ਨਿੰਦਿਆ ਕਰਦੇ ਹਾਂ, ਤਾਂ ਉਦੋਂ ਵੀ ਸੁਣ ਰਿਹਾ ਹੁੰਦਾ। ਉਦੋਂ ਕਿਹੜਾ ਉਹ ਸੁਣਦਾ ਨਹੀਂ, ਉਹ ਤਾਂ ਹਰ ਸਮੇਂ ਸੁਣਦਾ। ਮਹਾਰਾਜ ਤਾਂ ਸਾਨੂੰ ਸਮਝਾਉਂਦੇ, ਇਹ ਮਨ ਮਤ ਜਾਣ ਹਰ ਦੂਰ ਹੈ, ਸਦਾ ਵੇਖ ਹਦੂਰ। ਸਦ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ। ਬਈ ਮਾਲਕ ਤਾਂ ਸਦਾ ਹੀ ਦੇਖ ਰਿਹਾ ਸਾਨੂੰ, ਅਤੇ ਸਦਾ ਹੀ ਸਾਡੀ ਸੁਣ ਰਿਹਾ, ਅਤੇ ਸਦਾ ਹੀ ਉਹ ਬੋਲਦਾ ਹੈ। ਉਹ ਚੁੱਪ ਹੁੰਦਾ ਹੀ ਨਹੀਂ, ਬੋਲੀ ਜਾਂਦਾ। ਮਾਲਕ ਦੀ ਆਵਾਜ਼ ਚੱਲੀ ਜਾ ਰਹੀ ਹੈ। ਹੁਣ ਸਾਨੂੰ ਕਹਿੰਦੇ ਵੀ ਤੁਸੀਂ ਇਹ ਭਰਮ ਦੇ ਵਿੱਚ ਹੋ, ਤੁਸੀਂ ਸਮਝਦੇ ਹੋ ਵੀ ਸਾਨੂੰ ਕਿਹੜਾ ਕੋਈ ਸੁਣਦਾ ਹੈ। ਜਦੋਂ ਅਸੀਂ ਕਿਸੇ ਦੀ ਬੁਰਾਈ ਕਰਦੇ ਹਾਂ, ਉਦੋਂ ਸਾਨੂੰ ਇਹ ਭੁੱਲਿਆ ਹੁੰਦਾ ਵੀ ਸਾਨੂੰ ਕਿਹੜਾ ਸੁਣ ਰਿਹਾ, ਅਤੇ ਰੱਬ ਤਾਂ ਉਦੋਂ ਵੀ ਸੁਣ ਰਿਹਾ ਹੁੰਦਾ। ਅਤੇ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਬਈ ਸਭ ਤੋਂ ਪਹਿਲਾਂ ਸਾਨੂੰ ਰੱਬ ਹੀ ਸੁਣਦਾ। ਜੋ ਵੀ ਅਸੀਂ ਮੁੱਖ 'ਚੋਂ ਬੋਲਦੇ ਹਾਂ ਨਾ, ਸਭ ਤੋਂ ਪਹਿਲਾਂ ਸਾਡੀ ਆਵਾਜ਼ ਰੱਬ ਨੇ ਹੀ ਸੁਣਨੀ, ਪਰਮਾਤਮਾ ਨੇ। ਉਹਦੇ ਬਾਅਦ ਦੇ ਵਿੱਚੋਂ ਅਸੀਂ ਸੁਣਦੇ ਹਾਂ। ਪਹਿਲਾਂ ਉਹ ਸੁਣੇਗਾ, ਫਿਰ ਅਸੀਂ ਸੁਣਾਂਗੇ। ਜਿਵੇਂ ਹੁਣ ਆਪਾਂ ਬੋਲ ਰਹੇ, ਇੱਕ ਜਣਾ ਬੋਲਦਾ, ਇਹ ਆਵਾਜ਼ ਹੈ ਜਿਹੜੀ ਆ ਖਾਲੀ ਖਲਾ 'ਚ ਜਾ ਰਹੀ ਹੈ। ਇਸੋਂ ਤੁਹਾਡੇ ਕੋਲ ਸ਼ਕਤੀ ਹੈ, ਤੁਸੀਂ ਇਹ ਖਾਲੀ ਖਲਾ ਦੇ ਵਿੱਚੋਂ ਇਹ ਆਵਾਜ਼ ਨੂੰ ਪਕੜ ਰਹੇ। ਹੁਣ ਇਹ ਖਾਲੀ ਖਲਾ ਦੇ ਵਿੱਚ ਜਦੋਂ ਆਵਾਜ਼ ਜਾਂਦੀ ਹੈ, ਇਹਨੂੰ ਕਹਿੰਦੇ ਨਿਰਗੁਣ। ਨਿਰਗੁਣ ਦਾ ਖਜ਼ਾਨਾ। ਇੱਥੋਂ ਹੀ ਸਾਨੂੰ ਮਾਲਕ ਖਾਲੀ ਖਲਾ 'ਚ ਵੀ ਸਵਾਸ ਦੇ ਕੇ ਜਿਉਂਦਾ ਰੱਖ ਰਿਹਾ। ਹੁਣ ਪਹਿਲਾਂ ਇਹ ਆਵਾਜ਼ ਖਾਲੀ ਖਲਾ 'ਚ ਜਾਏਗੀ, ਇਹਦਾ ਮਤਲਬ ਪਹਿਲਾਂ ਰੱਬ ਕੋਲ ਜਾਏਗੀ, ਉਹ ਸੁਣੇਗਾ, ਫਿਰ ਇਹ ਖਾਲੀ ਖਲਾ 'ਚੋਂ ਅਸੀਂ ਸੁਣਾਂਗੇ ਬਾਅਦ ਦੇ ਵਿੱਚੋਂ। ਹੁਣ ਜੇ ਸਾਨੂੰ ਇਹ ਗੱਲ ਦਾ ਭੇਤ ਆ ਜੇ, ਸਾਨੂੰ ਸਮਝ ਲੱਗ ਜੇ ਵੀ ਰੱਬ ਹੀ ਸਭ ਤੋਂ ਪਹਿਲਾਂ ਸਾਡੀ ਗੱਲ ਨੂੰ ਸੁਣਦਾ ਹੈ, ਅਤੇ ਅਸੀਂ ਐਸੇ ਬੋਲ ਬੋਲਾਂਗੇ ਨਹੀਂ ਫਿੱਕੇ। ਅਸੀਂ ਕਿਸੇ ਦੀ ਨਿੰਦਿਆ ਨਹੀਂ ਕਰਾਂਗੇ, ਕਿਸੇ ਦੀ ਬੁਰਾਈ ਨਹੀਂ ਕਰਾਂਗੇ, ਕਿਸੇ ਨੂੰ ਫਿੱਕਾ ਨਹੀਂ ਬੋਲਾਂਗੇ, ਮਾੜੇ ਸ਼ਬਦ ਨਹੀਂ ਬੋਲਾਂਗੇ। ਪਤਾ ਵੀ ਰੱਬ ਸੁਣ ਰਿਹਾ। ਅਤੇ ਜੇ ਅਸੀਂ ਭੁੱਲ ਗਏ, ਫਿਰ ਅਸੀਂ ਨਿੰਦਿਆ ਸ਼ੁਰੂ ਕਰ ਦਾਂਗੇ, ਫਿਰ ਅਸੀਂ ਵੈਰ ਵਿਰੋਧ ਦੀ ਗੱਲ ਸ਼ੁਰੂ ਕਰ ਦਿਆਂਗੇ ਵੀ ਸਾਨੂੰ ਕਿਹੜਾ ਸੁਣਦਾ ਹੈ। ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਾਨੂੰ ਦ੍ਰਿੜ ਕਰਨ ਦੀ ਲੋੜ ਹੈ। ਬਈ ਜਦੋਂ ਗਿਆਨ ਗੁਰੂ ਦਾ ਸਾਡੇ ਹਿਰਦੇ 'ਚ ਵਸ ਜੇਗਾ, ਸਾਨੂੰ ਦ੍ਰਿੜ ਹੋ ਜਾਏਗਾ, ਅਤੇ ਸਾਨੂੰ ਇਹ ਗੱਲ ਭੁੱਲੇਗੀ ਨਹੀਂ।
ਬਈ ਜਦੋਂ ਅਸੀਂ ਬੋਲਾਂਗੇ ਅਸੀਂ ਬੜਾ ਸੁਚੇਤ ਹੋ ਕੇ ਬੋਲਾਂਗੇ। ਵੀ ਪਹਿਲਾਂ ਰੱਬ ਨੇ ਸੁਣਨਾ ਕੀ ਬੋਲਣਾ, ਜੋ ਅਸੀਂ ਲੱਗੇ ਸਾਨੂੰ ਬੋਲਣਾ ਚਾਹੀਦਾ ਕਿ ਜਾਂ ਨਹੀਂ ਬੋਲਣਾ ਚਾਹੀਦਾ। ਫਿਰ ਅਸੀਂ ਉਹ ਬੋਲਾਂਗੇ ਜਿਹੜਾ ਬੋਲਣ ਦੇ ਨਾਲ ਸਾਡੇ ਮਨ ਦੀ ਇੱਜ਼ਤ ਪਾਤਰ ਰਵੇ। ਇਹ ਨਾ ਹੋਵੇ ਅਸੀਂ ਐਸੇ ਬੋਲ ਬੋਲੀਏ ਤੇ ਸਾਨੂੰ ਬੇਪੱਤ ਹੋਣਾ ਪਵੇ। ਤਾਂ ਮਹਾਰਾਜ ਕਹਿੰਦੇ ਜਿਤ ਬੋਲਿਆ ਪੱਤ ਪਾਈਏ, ਸੋ ਬੋਲਿਆ ਪਰਵਾਨ। ਵੀ ਉਹ ਬੋਲੋ ਜਿਹੜਾ ਬੋਲਣ ਦੇ ਨਾਲ ਤੁਹਾਡੀ ਇੱਜ਼ਤ ਪੱਤ ਰਵੇ, ਜਿਹੜਾ ਬੋਲਿਆ ਸਾਡਾ ਪਰਵਾਨ ਹੋ ਜੇ, ਮਾਲਕ ਨੂੰ ਚੰਗਾ ਲੱਗੇ ਵੀ ਹਾਂ ਮੇਰੇ ਬੱਚੇ ਬੋਲਦੇ ਨੇ, ਇਹ ਚੰਗਾ ਬੋਲਦੇ। ਤੇ ਇਸ ਲਈ ਕਹਿੰਦੇ ਫਿਰ ਵੀ ਅਸੀਂ ਐਸਾ ਕੀ ਬੋਲੀਏ ਵੀ ਜਿਹੜਾ ਅਸੀਂ ਮਾਲਕ ਨੂੰ ਚੰਗੇ ਲੱਗੀਏ, ਪਰਮਾਤਮਾ ਨੂੰ, ਜਿਹੜਾ ਸਾਡਾ ਉਹਦੇ ਨਾਲ ਪਿਆਰ ਪੈ ਜੇ। ਮੋਹੋਂ ਕੇ ਬੋਲਣ ਬੋਲੀਏ, ਵੀ ਕੀ ਬੋਲੀਏ ਜਿਹੜਾ ਮਾਲਕ ਦੇ ਨਾਲ ਪ੍ਰੀਤ ਪਵੇ, ਪਿਆਰ ਪਵੇ। ਤੇ ਫਿਰ ਆਪਾਂ ਨੂੰ ਕਹਿੰਦੇ ਵੀ ਬੋਲੋ ਪਰਮਾਤਮਾ ਦਾ ਸਿਮਰਨ ਕਰੋ, ਉਹਦਾ ਨਾਮ ਜਪੋ। ਜਦੋਂ ਅਸੀਂ ਇਹ ਬੋਲਾਂਗੇ, ਮਾਲਕ ਦਾ ਸਿਮਰਨ ਕਰਾਂਗੇ, ਸਾਡੀ ਇਹ ਰਸਨਾ ਜਿਹੜੀ ਇਹ ਸੁੱਚੀ ਹੋ ਜਾਏਗੀ। ਨਾਮ ਕਹਿਤ ਗੋਬਿੰਦ ਕਾ ਸੁੱਚੀ ਭਈ ਰਸਨਾ, ਵੀ ਇਹ ਰਸਨਾ ਸਾਡੀ ਸੁੱਚੀ ਹੋ ਜਾਏਗੀ। ਨਹੀਂ ਤਾਂ ਜਦੋਂ ਅਸੀਂ ਸਿਮਰਨ ਨਹੀਂ ਕਰਦੇ, ਰਸਨਾ ਝੂਠੀ ਹੈ, ਕਿਉਂਕਿ ਝੂਠ ਬੋਲਦੀ, ਇਹ ਫਿੱਕੇ ਬੋਲਦੀ, ਕਿਸੇ ਦੀ ਨਿੰਦਿਆ ਕਰਦੀ, ਵੈਰ ਵਿਰੋਧ ਦੀ ਗੱਲ ਕਰਦੀ, ਤੇ ਝੂਠੀ ਹੈ, ਸੁੱਚੀ ਥੋੜ੍ਹੀ ਹੈ। ਸੁੱਚੀ ਉਦੋਂ ਹੋਏਗੀ ਜਦੋਂ ਅਸੀਂ ਮਾਲਕ ਦੇ ਗੁਣ ਗਾਵਾਂਗੇ, ਸਿਮਰਨ ਕਰਾਂਗੇ, ਪਰਮਾਤਮਾ ਦੀ ਉਸਤਤ ਕਰਾਂਗੇ ਤੇ ਸੁੱਚੀ ਹੋ ਜਾਏਗੀ। ਤਾਂ ਮਹਾਰਾਜ ਕਹਿੰਦੇ ਵੀ ਉਹ ਰਸਨਾ ਧਨ ਹੈ ਜਿਹੜੀ ਮਾਲਕ ਦੇ ਗੁਣ ਗਾਉਂਦੀ। ਸਾ ਰਸਨਾ ਧਨ ਧਨ ਹੈ ਮੇਰੀ ਜਿੰਦੜੀਏ, ਗੁਣ ਹਰ ਪ੍ਰਭ ਕੇਰੇ ਗਾਵੇ ਰਾਮ। ਬਈ ਜਿਹੜੀ ਤਾਂ ਮਾਲਕ ਦੇ ਗੁਣ ਗਾਉਂਦੀ ਰਸਨਾ ਉਹ ਧਨ। ਮਹਾਰਾਜ ਕਹਿੰਦੇ ਵੀ ਉਹ ਇਕੱਲਾ ਮੁੱਖ ਹੀ ਨਹੀਂ ਧਨ, ਉਹ ਰਸਨਾ ਹੀ ਨਹੀਂ ਧਨ, ਉਹ ਸਾਰਾ ਗ੍ਰਹਿ ਹੀ ਪਵਿੱਤਰ ਹੋ ਜਾਂਦਾ। ਗ੍ਰਹਿ ਕਹਿੰਦੇ ਸਰੀਰ ਨੂੰ, ਬਈ ਉਹ ਸਾਰੀ ਨਗਰੀ, ਸਾਰਾ ਗ੍ਰਾਮ ਹੀ ਪਵਿੱਤਰ ਹੋ ਜਾਂਦਾ ਜਿਹੜਾ ਮੁੱਖ ਸਿਮਰਨ ਕਰਦਾ। ਮਹਾਰਾਜ ਕਹਿੰਦੇ ਕਬੀਰ ਸੋਈ ਮੁੱਖ ਧਨ ਹੈ, ਜੈ ਮੁਖ ਕਹੀਏ ਰਾਮ, ਦੇਹੀ ਕਿਸ ਕੀ ਵਾਪਰੀ ਪਵਿੱਤਰ ਹੋਏ ਗੋ ਗ੍ਰਾਮ। ਉਹ ਕਹਿੰਦੇ ਉਹ ਤਾਂ ਸਾਰਾ ਗ੍ਰਾਮ ਹੀ ਪਵਿੱਤਰ ਹੋ ਜਾਂਦਾ, ਵੀ ਉਹ ਤਾਂ ਸਾਰੀ ਨਗਰੀ, ਇਹ ਸਰੀਰ ਨੂੰ ਨਗਰੀ ਕਹਿੰਦੇ, ਕਾਇਆ ਨਗਰੀ ਇਹ ਮਨ ਰਾਜਾ, ਵੀ ਉਹ ਤਾਂ ਸਾਰੀ ਨਗਰੀ ਪਵਿੱਤਰ ਹੋ ਜਾਂਦੀ। ਜਿਹੜੇ ਨਗਰੀ ਦੇ ਵਿੱਚ ਜੀਵ ਵੱਸਦੇ, ਲੱਖਾਂ ਕਰੋੜਾਂ ਜੀਵ ਵੱਸਦੇ, ਉਹ ਜੀਵ ਪਵਿੱਤਰ ਹੋ ਜਾਂਦੇ ਸਾਰੇ। ਸੋ ਇਹ ਫਿਰ ਸਾਰੀ ਵਡਿਆਈ ਹੈ ਪਰਮਾਤਮਾ ਦੇ ਸਿਮਰਨ ਦੀ। ਤਾਂਹੀਓ ਆਪਾਂ ਨੂੰ ਹੁਣ ਸਮਝਾਉਂਦੇ ਬਈ ਹੋਰ ਭਰਮ ਛੱਡ ਕੇ ਤੁਸੀਂ ਮਾਲਕ ਦਾ ਨਾਮ ਜਪੋ, ਪਰਮਾਤਮਾ ਦਾ ਸਿਮਰਨ ਕਰੋ। ਜਦੋਂ ਅਸੀਂ ਸਿਮਰਨ ਕਰਾਂਗੇ ਫਿਰ ਸਾਨੂੰ ਇਹ ਸਿਮਰਨ ਕਰਨ ਦੇ ਲਾਭ ਹੋਣਗੇ। ਕੀ ਸਾਨੂੰ ਲਾਭ ਪ੍ਰਾਪਤ ਹੋਣਗੇ, ਉਹ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਨੂੰ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਪਹਿਲੀ ਅਸ਼ਟਪਦੀ 'ਚ ਹੀ ਦੱਸਦੇ। ਇਹ ਸਭ ਤੋਂ ਪਹਿਲਾਂ ਤਾਂ ਸਾਡੇ ਮਨ ਦਾ ਕਲੇਸ਼ ਖਤਮ ਹੋਣਾ ਜਦੋਂ ਅਸੀਂ ਸਿਮਰਨ ਕਰਾਂਗੇ। ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਾਲ ਕਲੇਸ਼ ਤਨ ਮਾਹੀ ਮਟਾਵੋ। ਬਈ ਇਹ ਕਾਲਾ ਕਲੇਸ਼ ਨੂੰ ਮਟਾ ਲਓ ਸਿਮਰਨ ਕਰਕੇ, ਸੁਖੀ ਹੋ ਜਾਓ। ਫਿਰ ਅਸੀਂ ਸੁਖੀ ਵੀ ਹੋ ਜਾਣਾ ਤੇ ਫਿਰ ਸਾਨੂੰ ਅੱਗੇ ਲਾਭ ਵੀ ਹੋਣੇ ਸਿਮਰਨ ਕਰਨ 'ਚ। ਮਹਾਰਾਜ ਕਹਿੰਦੇ ਪ੍ਰਭ ਕੇ ਸਿਮਰਨ ਗਰਭ ਨਾ ਵਸੇ, ਵੀ ਜਿਹੜੇ ਸਿਮਰਨ ਕਰਦੇ ਉਹ ਜੁਗਾਂ 'ਚ ਨਹੀਂ ਜਾਂਦੇ। ਪਰਮਾਤਮਾ ਦਾ ਸਿਮਰਨ ਕਰਨ ਦੇ ਨਾਲ ਸਾਡੇ ਦੁੱਖ ਖਤਮ ਹੋ ਜਾਣੇ ਤੇ ਜਮਾਂ ਨੇ ਸਾਡੇ ਨੇੜੇ ਨਹੀਂ ਆਉਣਾ। ਪ੍ਰਭ ਕੇ ਸਿਮਰਨ ਦੁੱਖ ਜਮ ਨਾਸੇ।
ਜਦੋਂ ਅਸੀਂ ਸਿਮਰਨ ਕਰਾਂਗੇ, ਸਿਮਰਨ ਕਰਕੇ ਸਾਡੇ ਮਨ ਨੇ ਜਾਗ ਪੈਣਾ। ਹੁਣ ਤਾਂ ਅਸੀਂ ਸੁੱਤੇ ਪਏ ਹਾਂ ਨਾ, ਅਸੀਂ ਕਹਿੰਦੇ ਵੀ ਸਾਨੂੰ ਪਤਾ ਨਹੀਂ ਵੀ ਅਸੀਂ ਕਿੱਥੋਂ ਆਏ ਹਾਂ ਅਤੇ ਅੱਗੇ ਜਾਣਾ ਕਿੱਥੇ ਅੱਗੇ, ਕੋਈ ਸੁੱਤੇ ਹੀ। ਜਿਹੜਾ ਸਿਮਰਨ ਕਰਦਾ ਲਗਾਤਾਰ, ਉਹ ਮਨ ਸੁੱਤਾ ਹੋਇਆ ਜਾਗ ਪੈਂਦਾ। ਮਹਾਰਾਜ ਕਹਿੰਦੇ ਪ੍ਰਭ ਕੇ ਸਿਮਰਨ ਆਨ ਦਿਨ ਜਾਗੇ। ਆਨ ਦਿਨ ਜਿਹੜੇ ਗੁਰਮੁਖ ਨੇ, ਆਨ ਦਿਨ ਕਹਿੰਦੇ ਦਿਨ ਰਾਤ। ਬਈ ਜਿਹੜੇ ਗੁਰਮੁਖ ਨੇ ਉਹ ਆਨ ਦਿਨ ਜਾਗਦੇ। ਕਿਵੇਂ? ਉਹਨਾਂ ਦਾ ਮਨ ਜਾਗਦਾ। ਉਹ ਇਸ ਲੋਕ 'ਚ ਆਉਂਦੇ, ਇੱਥੇ ਵੀ ਜਾਗਦੇ ਰਹਿੰਦੇ। ਉਹਨਾਂ ਦਾ ਮਨ ਭਰਮ ਦੇ ਵਿੱਚ ਸੌਂਦਾ ਨਹੀਂ। ਜਦੋਂ ਦੇਹ ਨੂੰ ਛੱਡ ਕੇ ਰਾਤ ਨੂੰ ਆਪਦੇ ਘਰ ਜਾਂਦੇ, ਉੱਥੇ ਜਾ ਕੇ ਵੀ ਜਾਗਦੇ। ਉੱਥੇ ਜਾ ਕੇ ਵੀ ਉਹ ਸੁਪਨਾ ਨਹੀਂ ਦੇਖਦੇ, ਉਹ ਜੋ ਹੁੰਦਾ ਉਹ ਅਸਲੀਅਤ ਦੇਖਦੇ। ਉਹਨੂੰ ਕਹਿੰਦੇ ਵੀ ਆਮਦਨ ਜਾਗਦੇ ਨੇ। ਅਤੇ ਕਿਵੇਂ ਜਾਗਣਗੇ? ਸਤਿਗੁਰੂ ਕਹਿੰਦੇ ਜਿਹੜਾ ਸਿਮਰਨ ਕਰੇਗਾ ਉਹ ਆਮਦਨ ਜਾਗ ਪਏਗਾ। ਇਹ ਸਿਮਰਨ ਕਰਨ ਦੇ ਨਾਲ ਹੀ ਸਾਡੇ ਅੰਦਰ ਅਨਹਦ ਬਾਣੀ, ਜਿਹੜੀ ਗੁਪਤ ਸੱਚੀ ਬਾਣੀ, ਉਹ ਗੁਪਤੀ ਬਾਣੀ ਸਾਡੇ ਅੰਦਰ ਪ੍ਰਗਟ ਹੋ ਜਾਣ। ਮਹਾਰਾਜ ਕਹਿੰਦੇ ਪ੍ਰਭ ਕੇ ਸਿਮਰਨ ਅਨਹਦ ਝੁਨਕਾਰ। ਬਈ ਮਾਲਕ ਦਾ ਸਿਮਰਨ ਕਰਾਂਗੇ ਤੇ ਅਨਹਦ ਧੁਨਕਾਰਾਂ ਪੈਣਗੀਆਂ ਸਾਡੇ ਅੰਦਰ। ਅਨਹਦ ਆਵਾਜ਼ੇ, ਅਨਹਦ ਸ਼ਬਦ ਵੱਜਣੇ ਸ਼ੁਰੂ ਹੋ ਜਾਣਗੇ। ਜਾਣੀ ਦੀ ਇਹ ਸਾਰੇ ਲਾਭ ਸਾਨੂੰ ਸਿਮਰਨ ਕਰਕੇ ਹੋਣ। ਜਿਹੜਾ ਸਾਡਾ ਮਨ ਪਹਿਲਾਂ ਮੈਲਾ ਹੋ ਗਿਆ, ਜਦੋਂ ਅਸੀਂ ਸਿਮਰਨ ਕਰਾਂਗੇ ਇਹ ਮੈਲੇ ਨੇ ਉਜਲ ਹੋ ਜਾਣ। ਇਹ ਜਿਹੜਾ ਨੀਵਾਂ ਹੋ ਗਿਆ, ਇਹ ਨੀਵੇਂ ਤੋਂ ਮਨ ਨੂੰ ਉੱਚਾ ਕਰ ਦੇਣਾ ਆਤਮਿਕ ਤੌਰ 'ਤੇ। ਆਈਆਂ ਮਹਾਰਾਜ ਸਮਝਾਉਂਦੇ, ਕਹਿੰਦੇ ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੂਚਾ। ਬਈ ਮਾਲਕ ਦਾ ਸਿਮਰਨ ਕਰਨ ਦੇ ਨਾਲ ਸਾਡਾ ਮਨ ਉੱਚਾ ਹੋ ਜਾਂਦਾ, ਇਹਨਾਂ ਵਿਚਾਰਾਂ ਤੋਂ ਫੁਰਨਿਆਂ ਤੋਂ ਉੱਪਰ ਉੱਠ ਜਾਂਦਾ। ਇਹ ਸਾਰੇ ਲਾਭ, ਸਾਰੇ ਲਾਹੇ ਸਾਨੂੰ ਇਹ ਸਿਮਰਨ ਕਰਕੇ ਮਿਲਦੇ ਨੇ। ਜਿਹੜਾ ਵੀ ਕਰੇਗਾ ਉਹਨੂੰ ਇਹ ਲਾਭ ਹੋਣਗੇ। ਜੇ ਕਰਾਂਗੇ ਤੇ ਲਾਭ ਹੋਣਗੇ, ਜੇ ਕਰਾਂਗੇ ਹੀ ਨਹੀਂ ਫਿਰ ਤਾਂ ਪਹਿਲਾਂ ਤਾਂ ਸਾਡਾ ਕਲਾ ਕਲੇਸ਼ ਹੀ ਨਹੀਂ ਮੁੱਕਣਾ। ਸਾਡੇ ਅੰਦਰੋਂ ਵੈਰ ਵਿਰੋਧ ਹੀ ਨਹੀਂ ਮੁੱਕਣਾ, ਦੁਬਦਾ ਹੀ ਨਹੀਂ ਜਾਣੀ ਜਿਹੜੇ ਨਹੀਂ ਕਰਦੇ। ਆਈਆਂ ਮਹਾਰਾਜ ਸਾਨੂੰ ਸਮਝਾਉਂਦੇ ਨਾ ਵੀ ਜਿਹੜੇ ਕਰਨਗੇ ਉਹਨਾਂ ਦੇ ਮਨ ਸੁਖੀ ਹੋਣਗੇ, ਉਹਨਾਂ ਦੇ ਕਲਾ ਕਲੇਸ਼ ਮਿਟਣਗੇ। ਜਿਹੜੇ ਕਰਨਗੇ ਹੀ ਨਹੀਂ, ਉਹਨਾਂ ਦਾ ਕਲਾ ਕਲੇਸ਼ ਮਿਟਣਾ ਹੀ ਨਹੀਂ। ਉਵੇਂ ਹੀ ਲੜੀ ਜਾਣਗੇ, ਉਵੇਂ ਦੁਬਦਾ ਵੈਰ ਵਿਰੋਧ ਕਰੀ ਜਾਣਗੇ। ਸੋ ਆਪਾਂ ਦੇਖਦੇ ਹੀ ਹਾਂ ਸੰਸਾਰ ਦੇ ਵਿੱਚ, ਬਈ ਜੀਵ ਬਾਣੀ ਵੀ ਪੜ੍ਹਦੇ, ਜਿਹੜੇ ਪੜ੍ਹਦੇ ਉਹੀਓ ਆਪਸ ਵਿੱਚ ਲੜਦੇ ਨੇ। ਸੁਖਮਨੀ ਸਾਹਿਬ ਦੀ ਬਾਣੀ ਹਾਲਾਂਕਿ ਸਾਰੇ ਪੜ੍ਹੀ ਜਾਂਦੀ, ਹੁਣ ਜਿਹੜੇ ਪੜ੍ਹਦੇ ਨੇ ਉਹੀਓ ਆਪਸ ਵਿੱਚ ਦੁਬਦਾ ਕਰੀ ਜਾਂਦੇ, ਵੈਰ ਵਿਰੋਧ ਕਰੀ ਜਾਂਦੇ। ਇਹਦਾ ਮਤਲਬ ਉਹਨਾਂ ਦਾ ਕਲਾ ਕਲੇਸ਼ ਤਾਂ ਖਤਮ ਹੋਇਆ ਹੀ ਨਹੀਂ, ਦੁਬਦਾ ਤਾਂ ਖਤਮ ਹੋਈ ਹੋਈ ਨਹੀਂ। ਉਹ ਕਿਉਂ ਨਹੀਂ ਖਤਮ ਹੋਈ? ਕਿਉਂਕਿ ਸਤਿਗੁਰ ਕਹਿੰਦੇ ਵੀ ਜੋ ਕਹਿ ਰਹੇ ਸੀ ਵੀ ਉਹ ਤਾਂ ਉਹਨਾਂ ਨੇ ਕੀਤਾ ਨਹੀਂ। ਕਹਿੰਦੇ ਸੀ ਸਿਮਰਨ ਕਰੋ, ਸਿਮਰਨ ਕੀਤਾ ਨਹੀਂ, ਤਾਂ ਕਰਕੇ ਉਹਨਾਂ ਦਾ ਕਲਾ ਕਲੇਸ਼ ਤਾਂ ਮਿਟਿਆ ਹੀ ਨਹੀਂ ਆਉਤ। ਇਹ ਜੇ ਕਲਾ ਕਲੇਸ਼ ਹੀ ਨਹੀਂ ਮਿਟਿਆ ਪਹਿਲਾਂ ਹੀ, ਤੇ ਫਿਰ ਅੱਗੇ ਲਾਭ ਕੀ ਹੋਣੇ? ਫਿਰ ਤਾਂ ਲਾਭ ਹੋਣਾ ਹੀ ਨਹੀਂ ਅੱਗੇ। ਲਾਭ ਤਾਂ ਹੀ ਹੋਣਗੇ ਨਾ ਜਦੋਂ ਸਿਮਰਨ ਕਰਾਂਗੇ, ਫਿਰ ਅੱਗੇ ਲਾਭ ਦੱਸੇ। ਇਹ ਸਿਮਰਨ ਕਰਨ ਦਾ ਸਾਨੂੰ ਆਹ ਲਾਹਾ ਮਿਲਣਾ, ਤੇ ਜਿਹਨੇ ਕੀਤਾ ਹੀ ਨਹੀਂ ਉਹਨੇ ਤਾਂ ਪਹਿਲਾਂ ਹੀ ਕਲਾ ਕਲੇਸ਼ ਹੀ ਨਹੀਂ ਖਤਮ ਹੋਇਆ, ਤੇ ਲਾਹਾ ਤਾਂ ਬਾਅਦ ਦੀ ਗੱਲ ਅੱਗੇ ਮਿਲਣਾ ਸੀ। ਤੇ ਪਹਿਲਾਂ ਤਾਂ ਕਲੇਸ਼ ਹੀ ਨਹੀਂ ਮਿਟਿਆ, ਹਜੇ ਤੱਕ ਦੁਬਦਾ ਹੀ ਨਹੀਂ ਅੰਦਰੋਂ ਗਈ, ਵੈਰ ਵਿਰੋਧ ਹੀ ਨਹੀਂ ਗਿਆ। ਮਹਾਰਾਜ ਕਹਿੰਦੇ ਜੇ ਇਹੀ ਨਹੀਂ ਗਿਆ ਵੈਰ ਵਿਰੋਧੀ, ਪਰਾਈ ਨਿੰਦਿਆ ਕਰਨੀ ਅਸੀਂ ਮੁੱਖ ਤੋਂ ਛੱਡੀ ਕੋਈ ਨਹੀਂ, ਦੁਬਦਾ ਛੱਡੀ ਕੋਈ ਨਹੀਂ, ਤੇ ਫਿਰ ਤੁਸੀਂ ਕੀ ਪੜ੍ਹਦੇ ਹੋ?
ਬਈ ਪੜ੍ਹਦੇ ਤਾਂ ਇਸ ਕਰਕੇ ਗੁਰਬਾਣੀ ਗੁਰੂ ਨੂੰ ਪੜ੍ਹਿਆ ਜਾਂਦਾ, ਸੇਵਾ ਇਸ ਕਰਕੇ ਕੀਤੀ ਜਾਂਦੀ ਵੀ ਸਾਡਾ ਮਨ ਸ਼ੁੱਧ ਹੋਵੇ, ਸਾਡਾ ਮਨ ਨਿਰਮਲ ਹੋ ਜੇ। ਜੇ ਹੁਣ ਮਨ ਤਾਂ ਨਿਰਮਲ ਹੋਇਆ ਹੀ ਨਹੀਂ, ਅੰਦਰੋਂ ਵੈਰ ਵਿਰੋਧ ਗਿਆ ਹੀ ਨਹੀਂ, ਪਰਾਈ ਨਿੰਦਿਆ ਛੱਡੀ ਨਹੀਂ, ਫਿਰ ਮਹਾਰਾਜ ਕਹਿੰਦੇ ਤੁਹਾਡੀ ਸੇਵਾ ਤਾਂ ਸਫਲ ਹੋਈ ਨਾ, ਉਹ ਤਾਂ ਤੁਹਾਡੀ ਵਿਅਰਥ ਹੀ ਚਲੀ ਗਈ ਕੀਤੀ ਹੋਈ। ਸਤਿਗੁਰੂ ਫਰਮਾਉਂਦੇ ਕਾਮ ਨਾ ਵਿਸਰਿਓ, ਕ੍ਰੋਧ ਵਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੋਟੀ, ਨੇਫਲ ਭਈ ਸਭ ਸੇਵਾ। ਬਈ ਉਹ ਸੇਵਾ ਕੀਤੀ ਹੋਈ ਨੇਫਲ ਹੀ ਚੱਲੀ, ਫਲ ਤਾਂ ਮਿਲਿਆ ਹੀ ਨਾ। ਬਈ ਸੇਵਾ ਤਾਂ ਇਸ ਕਰਕੇ ਕੀਤੀ ਜਾਂਦੀ ਸਾਡੇ ਮਨ ਦੇ ਵਿੱਚੋਂ ਮੈਲ ਨਿਕਲੇ, ਸਾਡਾ ਮਨ ਨਿਰਮਲ ਹੋਵੇ, ਨੀਵਾਂ ਹੋਵੇ, ਨਿਮਾਣਾ ਹੋਵੇ। ਉਹ ਨੀਵਾਂ ਨਿਮਾਣਾ ਤਾਂ ਹੋਇਆ ਹੀ ਨਹੀਂ, ਉਹ ਤਾਂ ਸਗੋਂ ਤੇ ਹੋਰ ਹਉਮੈ ਆ ਗਈ, ਹੋਰ ਹੰਕਾਰ ਆ ਗਈ ਵੀ ਅਸੀਂ ਕਰਦੇ ਹਾਂ ਜੀ, ਅਸੀਂ ਬਾਹਲੇ ਚੰਗੇ ਹਾਂ, ਜਿਹੜਾ ਨਹੀਂ ਕਰਦਾ ਉਹ ਮਾੜਾ, ਦੂਜੇ ਦੀ ਨਿੰਦਿਆ ਸ਼ੁਰੂ ਕਰਤੀ। ਤੇ ਮਹਾਰਾਜ ਕਹਿੰਦੇ ਤੁਹਾਨੂੰ ਲਾਭ ਕੀ ਹੋਇਆ? ਤੁਹਾਨੂੰ ਲਾਭ ਤਾਂ ਹੋਇਆ ਹੀ ਨਹੀਂ। ਉਹ ਕਿਉਂ ਨਾ ਲਾਭ ਹੋਇਆ? ਕਿਉਂਕਿ ਇੱਕ ਤਾਂ ਜੋ ਸਾਨੂੰ ਕਰਨ ਨੂੰ ਕਹਿ ਰਹੇ ਸੀ ਅਸੀਂ ਉਹ ਨਹੀਂ ਕੀਤਾ, ਆਪਦੀ ਮੱਤ ਦੁਆਰਾ ਕਰਦੇ ਰਹੇ। ਤਾਂ ਫਿਰ ਸਾਨੂੰ ਕਹਿੰਦੇ ਵੀ ਜੇ ਅਸੀਂ ਆਪਦੀ ਮੱਤ ਵਰਤਾਂਗੇ ਫਿਰ ਬੇਸ਼ੱਕ ਅਸੀਂ ਗੁਰਬਾਣੀ ਪੜ੍ਹੀ ਵੀ ਜਾਈਏ, ਪੜ੍ਹਨ ਦੇ ਨਾਲ ਸਾਡੇ ਮਨ ਦੀ ਮੈਲ ਨਹੀਂ ਉਤਰਦੀ ਗੱਲਾਂ। ਬੇਸ਼ੱਕ ਮਹਾਰਾਜ ਕਹਿੰਦੇ ਉਹਨਾਂ ਗਿਆਨੀਆਂ ਤੋਂ ਪੁੱਛੋ ਜਿਨ੍ਹਾਂ ਨੂੰ ਇਹ ਸਾਰਾ ਗਿਆਨ ਹੈ। ਫਰਮਾਉਂਦੇ ਪੜ੍ਹਿਆ ਮੈਲ ਨਾ ਉਤਰੇ, ਪੁੱਛੋ ਗਿਆਨੀਆਂ ਜਾਏ, ਮਨ ਮੇਰੇ ਗੁਰ ਸ਼ਰਨ ਆਏ, ਤਾਂ ਨਿਰਮਲ ਹੋਏ, ਮਨ ਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ। ਮਹਾਰਾਜ ਕਹਿੰਦੇ ਮਨਮੁਖ ਜੀਵ ਥੱਕ ਗਏ, ਆਪਦੀ ਮੱਤ ਦੁਆਰਾ ਕਰਦੇ ਹੋਏ ਸਾਰੀ ਉਮਰ ਬੀਤ ਗਈ, ਪਰ ਮਨ ਦੀ ਮੈਲ ਹੀ ਨਾ ਲੱਥੀ। ਅੰਦਰੋਂ ਵੈਰ ਵਿਰੋਧ ਗਿਆ ਹੀ ਨਹੀਂ, ਈਰਖਾ ਨਫ਼ਰਤ ਗਈ ਨਹੀਂ, ਪਰਾਈ ਨਿੰਦਿਆ ਮੁਖ ਤੋਂ ਛੱਡੀ ਕੋਈ ਨਹੀਂ। ਇਹ ਸਤਿਗੁਰੂ ਕਹਿੰਦੇ ਫਿਰ ਇਸ ਤਰ੍ਹਾਂ ਤਾਂ ਪੜ੍ਹਨ ਦੇ ਨਾਲ ਮਨ ਦੀ ਮੈਲ ਨਹੀਂ ਉਤਰਦੀ। ਜਿਵੇਂ ਤੁਸੀਂ ਪੜ੍ਹਦੇ ਹੋ, ਆਪਾਂ ਨੂੰ ਫਿਰ ਪੜ੍ਹਨ ਦੀ ਜੁਗਤੀ ਤਰੀਕਾ ਦੱਸਦੇ ਵੀ ਜੇ ਤੁਸੀਂ ਪੜ੍ਹਨਾ ਹੈ ਗੁਰਬਾਣੀ ਨੂੰ ਤਾਂ ਤੁਸੀਂ ਖੋਜੀ ਬਣ ਕੇ ਪੜ੍ਹੋ। ਤੁਸੀਂ ਕੀ ਖੋਜਣਾ ਚਾਹੁੰਦੇ ਹੋ? ਵੀ ਸਾਡੇ ਅੰਦਰ ਦੀ ਸਾਡੀ ਇਸ ਕਾਇਆ ਦੀ ਖੋਜ ਹੈ ਗੁਰਬਾਣੀ। ਜਦੋਂ ਅਸੀਂ ਖੋਜੀ ਬਣ ਕੇ ਵਿਚਾਰਾਂਗੇ, ਖੋਜਾਂਗੇ, ਤੇ ਸਾਡਾ ਮਨ ਪਾਸੇ ਨਹੀਂ ਜਾਏਗਾ ਤੇ ਸਾਡਾ ਮਨ ਧੋਤਾ ਜਾਏਗਾ। ਜੇ ਹੁਣ ਅਸੀਂ ਖੋਜਦੇ ਨਹੀਂ ਤੇ ਸਾਡਾ ਮਨ ਹੀ ਨਹੀਂ ਠਹਿਰਦਾ, ਮਨ ਹੀ ਨਹੀਂ ਰੁਕਦਾ, ਉਹ ਵਿਚਾਰਾਂ 'ਚ ਹੀ ਭੱਜਾ ਫਿਰਦਾ ਫੁਰਨਿਆਂ 'ਚ ਹੀ, ਅਤੇ ਉਹ ਪਤਾ ਹੀ ਨਹੀਂ ਲੱਗਦਾ ਕਿਹੜੇ ਵੇਲੇ ਅਸੀਂ ਪਾਠ ਕਰ ਲਏ। ਸੋ ਇਸ ਵਾਸਤੇ ਫਿਰ ਆਪਾਂ ਨੂੰ ਸਮਝਾਉਂਦੇ ਵੀ ਪਹਿਲਾਂ ਸਿਮਰਨ ਕਰੋ, ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਜਦੋਂ ਜਾਗੇਗਾ ਫਿਰ ਇਹ ਗੁਰਬਾਣੀ ਗੁਰੂ ਨੂੰ ਮੰਨੇਗਾ। ਜਦ ਤੱਕ ਸੁੱਤਾ ਨਹੀਂ ਮੰਨਦਾ। ਸੋ ਮਨ ਨੂੰ ਹੁਣ ਜਗਾਉਣ ਵਾਸਤੇ ਫਿਰ ਆਪਾਂ ਨੂੰ ਸਿਮਰਨ ਦੱਸਦੇ ਵੀ ਸਿਮਰਨ ਕਰਕੇ ਸੁੱਤੇ ਹੋਏ ਮਨ ਨੂੰ ਜਗਾਓ। ਪਹਿਲਾਂ ਮਹਾਰਾਜ ਫਰਮਾਉਂਦੇ ਸਿਮਰ 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 ਗੁਰ ਆਪਣਾ, ਸੋਇਆ ਮਨ ਜਗਾਈ। ਆਓ ਹੁਣ ਕਿਵੇਂ ਸਾਡੇ ਮਨ ਨੇ ਸੁੱਤੇ ਨੇ ਜਾਗਣਾ, ਉਹਦੇ ਵਾਸਤੇ ਜੋ ਸਤਿਗੁਰੂ ਆਪਾਂ ਨੂੰ ਸਾਸ ਗਿਰਾਸ ਸਿਮਰਨ ਅਭਿਆਸ ਦੱਸਦੇ ਨੇ। ਆਓ ਸਾਰੇ ਗੁਰਮੁਖ ਪਿਆਰੇ ਕਰੋ ਜੀ ਸ਼ੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਸ ਤਰੀਕੇ ਨਾਲ ਗੁਰਮੁਖ ਪਿਆਰਿਓ ਜਦੋਂ ਇਹ ਆਪਾਂ ਅਭਿਆਸ ਕਰਦੇ ਹਾਂ ਲਗਾਤਾਰ, ਫਿਰ ਇਹ ਸੁੱਤਾ ਹੋਇਆ ਮਨ ਸਾਡਾ ਜਾਗਤ ਅਵਸਥਾ 'ਚ ਆਉਂਦਾ। ਸਾਡਾ ਮਨ ਫਿਰ ਇਹਨਾਂ ਭਰਮਾਂ ਤੋਂ, ਵਿਚਾਰਾਂ ਤੋਂ, ਫੁਰਨਿਆਂ ਤੋਂ ਰਹਿਤ ਹੋ ਜਾਂਦਾ। ਜਦੋਂ ਇਹ ਵਿਚਾਰਾਂ ਤੋਂ ਰਹਿਤ ਹੋ ਗਏ ਨੇ ਜਾਗ ਪੈਣ, ਜੋ ਹੁਣ ਸਾਡੇ ਮਨ ਨੂੰ ਸਮਝਾਉਂਦੇ ਵੀ ਤੂੰ ਇਹ ਭਰਮਾਂ ਨੂੰ ਛੱਡ ਦੇ, ਵਿਚਾਰਾਂ ਨੂੰ, ਤੇ ਤੂੰ ਸਿਮਰਨ ਕਰ ਤਾਂ ਕਿ ਜਾਗਤ ਅਵਸਥਾ 'ਚ ਆਵੇਂ। ਮਹਾਰਾਜ ਤਾਈਆਂ ਫਰਮਾਉਂਦੇ, ਕਹਿਤ ਕਬੀਰ ਸੁਨੋ ਰੇ ਪ੍ਰਾਨੀ ਛੋਡੋ ਮਨ ਕੇ ਭਰਮਾਂ। ਬਈ ਇਹ ਮਨ ਦੇ ਭਰਮ ਛੱਡੋ, ਵਿਚਾਰ ਛੱਡੋ। ਕੇਵਲ ਨਾਮ ਜਪੋ ਰੇ ਪ੍ਰਾਣੀ ਪਰੋ ਏਕ ਕੀ ਸ਼ਰਨ। ਵੀ ਇੱਕ ਮਾਲਕ ਦੀ ਸ਼ਰਨ 'ਚ ਪਾਓ, ਉਹਦਾ ਸਿਮਰਨ ਕਰੋ। ਜਦੋਂ ਅਸੀਂ ਉਹਦਾ ਸਿਮਰਨ ਕਰਾਂਗੇ ਭਰਮ ਸਾਡੇ ਖਤਮ ਹੋ ਜਾਣਗੇ। ਹੁਣ ਇਸ ਲਈ ਹੁਣ ਇਹ ਆਪਾਂ ਵੱਧ ਤੋਂ ਵੱਧ ਅਭਿਆਸ ਕਰਨਾ। ਬਹਿੰਦੇ ਉੱਠਦੇ, ਕੰਮ ਕਾਰ ਕਰਦੇ, ਚੱਲਦੇ ਫਿਰਦੇ, ਇਹ ਅਸੀਂ ਸਿਮਰਨ ਜਾਰੀ ਰੱਖਣਾ ਤਾਂ ਕਿ ਸਾਡੇ ਹਿਰਦੇ 'ਚ ਵਸ ਜੀ। ਜਦੋਂ ਅਸੀਂ ਇੱਕ ਵਾਰ ਆਪਦੇ ਹਿਰਦੇ 'ਚ ਵਸਾ ਲਾਂਗੇ, ਫਿਰ ਸਾਨੂੰ ਭੁੱਲੇਗਾ ਨਹੀਂ। ਫਿਰ ਚਾਹੇ ਅਸੀਂ ਮੁੱਖ ਤੋਂ ਨਾ ਵੀ ਬੋਲੀਏ, ਫਿਰ ਸਹਿਜ ਸੁਭਾਅ ਆਪਣੇ ਅੰਦਰ ਚੱਲਦਾ ਜਾਏਗਾ। ਜਦੋਂ ਸਾਡੇ ਅੰਦਰ ਵਸ ਗਿਆ, ਜਦ ਤੱਕ ਨਹੀਂ ਵਸਦਾ ਉਹਨਾਂ ਸਮਾਂ ਸਾਨੂੰ ਲੋੜ ਹੈ ਬੋਲ ਕੇ ਕਰਨ ਦੀ। ਬਈ ਅਸੀਂ ਇੰਨਾ ਦ੍ਰਿੜ ਕਰ ਲਈਏ ਵੀ ਸਹਿਜ ਸੁਭਾਅ ਹੀ ਸਾਡੇ ਹਿਰਦੇ 'ਚ ਵਸ ਜੇ ਅਤੇ ਸਾਡੇ ਅੰਦਰ ਚੱਲਣ ਲੱਗ ਜੇ, ਰੋਮ ਰੋਮ ਚੱਲਣ ਲੱਗ ਜੇ। ਜਿਵੇਂ ਇਹ ਅਵਸਥਾ ਹੁੰਦੀ, ਪਹਿਲਾਂ ਆਪਾਂ ਸਾਸ ਗਿਰਾਸ ਕਰਦੇ ਸਿਮਰਨ, ਫਿਰ ਸਾਸ ਹੁੰਦਾ ਅਤੇ ਫਿਰ ਰੋਮ ਰੋਮ ਸਿਮਰਨ ਚੱਲ ਪੈਂਦੇ। ਜਿਹੜੇ ਗੁਰਮੁਖ ਨੇ ਉਹ ਰੋਮ ਰੋਮ ਪਰਮਾਤਮਾ ਨੂੰ ਧਿਆਉਂਦੇ। ਮਹਾਰਾਜ ਫਰਮਾਉਂਦੇ, ਗੁਰਮੁਖ ਰੋਮ ਰੋਮ ਹਰ ਧਿਆਵੇ। ਬਈ ਜਿਵੇਂ ਇੱਕ ਤਾਂ ਹੁਣ ਆਪਣੀ ਜੀਵ ਰਸਨ ਇੱਕ ਹੈ ਨਾ, ਫਿਰ ਲੱਖਾਂ ਹੀ ਹੋ ਜਾਂਦੀ। ਇੱਕ ਦੂ ਜੀਭੋ ਲੱਖ ਹੋਏ ਵੀ ਫਿਰ ਇਹ ਰੋਮ ਰੋਮ ਸਾਡਾ ਧਿਆਉਣ ਲੱਗ ਜਾਂਦਾ ਮਾਲਕ ਨੂੰ। ਜਦੋਂ ਸਾਡੇ ਹਿਰਦੇ 'ਚ ਵਸ ਜੇਗਾ ਨਾ, ਫਿਰ ਸਾਨੂੰ ਵਿਸਰੇਗਾ ਨਹੀਂ। ਫਿਰ ਹਰੇਕ ਚੀਜ਼ ਨਾਲ ਸਾਡੀ ਸੁਰਤੀ ਜੁੜ ਜਾਂਦੀ। ਫਿਰ ਆਪਾਂ ਨੂੰ ਲੱਗੇਗਾ ਵੀ ਹਰੇਕ ਜੀਵ ਹੀ ਸਿਮਰਨ ਕਰ ਰਹੀ ਹੈ। ਜਿਵੇਂ ਆਪਾਂ ਚੱਲ ਰਹੇ ਹਾਂ, ਪੱਖਾ ਚੱਲਦਾ, ਆਪਾਂ ਨੂੰ ਲੱਗੇਗਾ ਵੀ ਵਾਹਿਗੁਰੂ ਵਾਹਿਗੁਰੂ ਕਰਦਾ।
ਆਪ ਆਗੇ ਦੇ ਜਾ ਰਹੇ ਹਾਂ, ਰਸਤੇ ਵਿੱਚ ਉਹ ਆਵਾਜ਼ ਕੋਈ ਆ ਰਹੀ ਹੈ ਕਿਸੇ, ਮੰਨ ਲਓ ਆਪਾਂ ਗੱਡੀ 'ਚ ਜਾ ਰਹੇ, ਆਪੋ ਲੱਗੇ ਵੀ ਗੱਡੀ ਵੀ ਵਾਹਿਗੁਰੂ ਵਾਹਿਗੁਰੂ ਕਰਦੀ, ਉਹਦੇ ਇੰਜਣ ਦੇ ਵਿੱਚੋਂ ਉਹ ਜਿਹੜੀ ਆਵਾਜ਼ ਆ ਰਹੀ ਉਹ ਵਾਹਿਗੁਰੂ ਵਾਹਿਗੁਰੂ ਦੀ ਆਵਾਜ਼ ਆ ਰਹੀ। ਜਾਣੀ ਦੀ ਹਰੇਕ ਚੀਜ਼ ਦੇ ਨਾਲ ਫਿਰ ਆਪਣੀ ਸੁਰਤੀ ਜੁੜ ਜਾਂਦੀ ਅਤੇ ਆਪਾਂ ਨੂੰ ਲੱਗਦਾ ਵੀ ਉਹ ਵਾਹਿਗੁਰੂ ਕਰਦਾ, ਕਿਉਂਕਿ ਉਹ ਚੀਜ਼ ਸਾਡੇ ਹਿਰਦੇ 'ਚ ਵਸ ਜਾਂਦੀ। ਉਹਨੂੰ ਕਹਿੰਦੇ ਰੋਮ ਰੋਮ ਸਿਮਰਨ ਚੱਲ ਪੈਣਾ। ਜਦੋਂ ਉਹ ਸਾਡੇ ਅੰਦਰ ਚੱਲ ਪਿਆ, ਫਿਰ ਚਾਹੇ ਅਸੀਂ ਨਾ ਵੀ ਬੋਲੀਏ ਮੁੱਖ ਤੋਂ, ਤੇ ਤਾਂ ਵੀ ਸਾਡੇ ਅੰਦਰ ਚੱਲਦਾ ਰਹਿੰਦਾ। ਉਹ ਤਾਂ ਹੀ ਚੱਲੇਗਾ ਜੇ ਹੁਣ ਅਸੀਂ ਇਹ ਪੂਰਾ ਦ੍ਰਿੜ ਕਰਾਂਗੇ ਤਾਂ ਪਹਿਲਾਂ। ਸੋ ਇਸ ਲਈ ਹੁਣ ਗੁਰਮੁਖ ਹੋਏ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ, ਗੁਰਬਾਣੀ ਗੁਰੂ ਨੂੰ ਪੜ੍ਹ ਕੇ ਵਿਚਾਰਨਾ, ਅਤੇ ਵੱਧ ਤੋਂ ਵੱਧ ਅਸੀਂ ਸਤ ਸੰਗਤ ਕਰਨ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਵਾਲਾ, ਉਸੇ ਗਿਆਨ ਦੀ ਆਪਾਂ ਸਾਂਝ ਪਾਉਂਦੇ ਹਾਂ, ਦ੍ਰਿੜ ਕਰਦੇ ਹਾਂ, ਤਾਂ ਕਿ ਸਾਡੇ ਹਿਰਦੇ 'ਚ ਵਸ ਜੇ ਅਤੇ ਆਪਾਂ ਆਪਦੇ ਜੀਵਨ ਦਾ ਲਾਹਾ ਖੱਟ ਕੇ ਇਹ ਤੋਂ ਖੁਸ਼ੀ ਖੁਸ਼ੀ ਆਪਦੇ ਘਰ ਆਪਦੇ ਦੇਸ਼ ਵਾਪਸ ਜਾਈਏ, ਖੇਰ ਨੂੰ ਜਿੱਤ ਕੇ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦੇ ਹੋਏ, ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣਯੋਗ ਨੇ, ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ।